घाटी दे विच लगातार घट गिणती दे हो रहे कतलों तो बाद जिहड़े कश्मीरी पंडित ने वो अपना घर बार छड्ड के जाण लगे आ। बहण वाले कर्मचारियों का दोष है कि टारगेट बना के कर्मचारियों के कतल किए जा रहे हैं। 12 उतों के नागरिकों की हत्या हो चुकी है। 9 कतल पिछले 22 दिनों के विच होए आ। जदों धारा 370 खत्म की गई है जी, बड़े माड़े दिन उतों के लोगों ने देखिया। 3 बंदे ने मूसे पिंड दे, उन्हां तो पुछगिछ हो रही है, उन्हां दी इनवॉल्वमेंट हो सकती है। शैतान है जेल दे विच मोबाइल ये किवें हो सकता कि वो यूज़ ना करदा होवे। उत्थे तां ढेर लगे पे आ मोबाइलों के जेलों के विच। इहदे विच गैंगस्टर सिराज मिंटू का नाम भी सामने आ रहा है। देखा जाए तो एक पासे कांग्रेस हाई कमांड एक नवी मुश्किल च फस रही है, जिहड़ी इनफोर्समेंट डायरैक्टोरेट ने मनी लॉन्ड्रिंग वाले मामले दे विच उन्हां नूं सम्मन किया। भारतीय जनता पार्टी चुप करके बैठी आ ते कांग्रेस वाले भजे फिरदे बसां च लददे। ओम प्रकाश सोनी ते साबका कैबिनेट मंत्री राजकुमार वेरका किसी वेले भी भारतीय जनता पार्टी का पल्ला फड़ सकते आ। राजा वड़िंग होरां दे 4 चफेरे जिहड़े जिन्ने क टप्पदे फिरदे ने उन्ने क रह जाने ने। कांग्रेस हाई कमांड है उन्हें ना उहदे कोले कोई हाई है ना उहदे कोले कोई कमांड है। जिन्नी देर तक यह गांधी चों नहीं निकलते, गांधी परिवार चों नहीं निकलते, उन्नी देर तक कुछ बहुता होना नहीं गाए। सत श्री अकाल। प्रोग्राम है जी सच्चियां ते खरियां पन्नू दियां ते चैनल पंजाबी नैशनल टीवी। इस तो पहला कि पन्नू साहब का असीं स्वागत करिए, मैनू एक लाइन याद आउंदी आ, गर फिरदौस बर रुए ज़मीअस्त अमीअस्तो अमीअस्तो अमीअस्तो। आलमा इकबाल अणवंडे भारत के बहुत वड्डे शायर ते बाद विच पाकिस्तान के शायर उन्होंने कहा जान लगा। उन्होंने ये लाइनां बोलियां जम्मू कश्मीर के बारे च। पंजाबी ਦੇ बहुत ਵੱਡੇ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਜਦੋਂ ਯੂਰਪ ਦੇ ਵਿੱਚ ਸਨ ਦੂਸਰੀ ਵਿਸ਼ਵ ਯੁੱਧ ਤੋਂ ਬਾਅਦ ਜਾਂ ਉਸੇ ਦੌਰਾਨ, ਤੇ ਜਦੋਂ ਉਹ ਸਵਿਟਜ਼ਰਲੈਂਡ ਦੀ ਸਿਫਤ ਕਰਦੇ ਤੇ ਉੱਥੇ ਉਹਨਾਂ ਨੂੰ ਕਿਸੇ ਅੰਗਰੇਜ਼ ਨੇ ਪੁੱਛਿਆ ਕਿ ਕੀ ਤੁਸੀਂ ਭਾਰਤ ਤੋਂ ਆਏ ਹੋ, ਤੇ ਉਹ ਕਹਿੰਦੇ ਹਾਂ। ਫਿਰ ਕਹਿੰਦੇ ਤੁਸੀਂ ਸ਼੍ਰੀਨਗਰ ਨਹੀਂ ਦੇਖਿਆ, ਇਸੇ ਕਰਕੇ ਤੁਸੀਂ ਸਵਿਟਜ਼ਰਲੈਂਡ ਦੀਆਂ ਸਿਫਤਾਂ ਕਰੀ ਜਾਂਦੇ ਆ। ਪन्नू ਸਾਹਿਬ ਸਵਾਗਤ ਕਰਦੇ ਹਾਂ ਜੀ ਤੁਹਾਡਾ ਇਸ ਪ੍ਰੋਗਰਾਮ ਵਿੱਚ। ਤੇ ਗੱਲ ਅਸੀਂ ਜੰਮੂ ਕਸ਼ਮੀਰ ਦੀ ਸ਼ੁਰੂ ਕਰਨੀ ਸੀ ਇਸ ਪ੍ਰੋਗਰਾਮ ਵਿੱਚ, ਤੇ ਮੈਨੂੰ ਲੱਗਿਆ ਕਿ ਇੱਕ ਲਾਈਨ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕੀਤੀ ਜਾਵੇ। ਇਹ ਉਹ ਜ਼ਮੀਨ ਆ ਜਿਹਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਜ਼ਮੀਨਾਂ ਦੇ ਵਿੱਚ ਹੋਣ ਦਾ ਮਾਣ ਹਾਸਲ ਹੈ। ਘਾਟੀ ਇੰਨੀ ਸੋਹਣੀ ਹੈ, ਮੌਸਮ ਇੰਨਾ ਸੋਹਣਾ ਹੈ, ਵਾਦੀ ਇੰਨੀ ਸੋਹਣੀ ਹੈ, ਪਰ ਕਿਸਮਤ ਇਸ ਜ਼ਮੀਨ ਦੀ ਇੰਨੀ ਕੁ ਖਰਾਬ ਹੈ ਕਿ ਇਹਨੇ ਇੰਨਾ ਕੁ ਲਹੂ, ਇੰਨੀਆਂ ਕੁ ਲਾਸ਼ਾਂ ਦੇਖ ਲਈਆਂ ਜਿਹਦਾ ਹਿਸਾਬ ਨਹੀਂ ਕੋਈ ਰਿਹਾ। 47 ਤੋਂ ਪਹਿਲਾਂ ਕੀ ਕੁਝ ਹੋਇਆ ਉਹਦੇ ਬਾਰੇ ਤਾਂ ਅਸੀਂ ਨਹੀਂ ਜਾਣਦੇ, ਬਹੁਤੀ ਇਤਿਹਾਸ ਦੀ ਪੜ੍ਹਾਈ ਨਹੀਂ ਹੁੰਦੀ, ਪਰ ਉਸ ਤੋਂ ਬਾਅਦ ਤੋਂ ਲੈ ਕੇ ਹਾਲਾਤ ਜਿਹੜੇ ਨੇ ਦਿਨ ਪ੍ਰਤੀ ਦਿਨ ਵਿਗੜਦੇ ਹੀ ਰਹੇ। ਚਾਹੇ ਉੱਥੇ ਦੀ ਜਿਹੜੀ ਨੈਸ਼ਨਲ ਕਾਨਫਰੰਸ ਹੈ ਉਹਨਾਂ ਨੇ ਉਹਦੇ ਵਿੱਚ ਕਈ ਕੁਝ ਕੀਤਾ, ਪ੍ਰਧਾਨ ਮੰਤਰੀ ਸਾਹਿਬ ਜਾਂ ਇਸ ਬੀਜੇਪੀ ਦਾ ਉਥਾਨ ਉਤਪਤੀ ਹੀ ਇਸ ਗੱਲ ਤੋਂ ਹੋਈ ਕਿ ਧਾਰਾ 370 ਨੂੰ ਅਸੀਂ ਤੋੜਾਂਗੇ, ਯੂਨੀਫਾਰਮ ਸਿਵਲ ਕੋਡ ਲੈ ਕੇ ਆਵਾਂਗੇ, ਰਾਮ ਮੰਦਰ ਬਣਾਵਾਂਗੇ। 370 ਉਹਨਾਂ ਨੇ ਤੋੜੀ ਵੀ, ਪਰ ਹਾਲਾਤ ਜਿਹੜੇ ਨੇ ਉਹ ਉੱਥੇ ਹੀ ਨੇ। ਸ਼ਾਇਦ ਮੈਂ ਕੋਈ ਜ਼ਿਆਦਾ ਗੱਲਾਂ ਕਰ ਗਿਆ, ਕੁਝ ਜੰਮੂ ਕਸ਼ਮੀਰ ਨਾਲ ਸੋਹਣੇ ਹੋਣ ਕਰਕੇ ਵੀ ਲਗਾਵ ਰਹਿੰਦਾ, 1-2 ਵਾਰ ਘੁੰਮ ਕੇ ਵੀ ਦੇਖਿਆ, ਬੜਾ ਚੰਗਾ ਲੱਗਦਾ। ਕੀ ਹੈ ਜੀ ਉੱਥੇ ਦੀ ਤਾਜ਼ਾ ਸਥਿਤੀ? देखो थोड़ी गल ठीक है, दुनिया का ਜਾਂ इस धरती का स्वर्ग वो कहा जाता जिन्नी वो खूबसूरत है। जिन्हों ने वेखी है जी ਉਹੀ ਅਸਲ ਦੇ ਵਿੱਚ ਉਹਨੂੰ ਬਿਆਨ ਕਰ ਸਕਦੇ ਆ, ਅਦਰਵਾਈਜ਼ ਬਿਆਨ ਉਹਨੂੰ ਕੀਤਾ ਨਹੀਂ ਜਾ ਸਕਦਾ। ਇਹ ਕੋਈ ਪੜ੍ਹ ਕੇ ਕਰੇ, ਫੋਟੋਆਂ ਵੇਖ ਕੇ ਕਰੇ, ਵੀਡੀਓ ਵੇਖ ਕੇ ਕਰੇ ਤੇ ਨਹੀਂ ਕੀਤਾ ਜਾ ਸਕਦਾ ਜਿੰਨੀ ਦੇਰ ਤੱਕ ਕਿਸੇ ਨੇ ਦੇਖਿਆ ਨਹੀਂ। ਬਿਲਕੁਲ ਜੀ, ਉਹ ਬਹੁਤ ਹੀ ਖੂਬਸੂਰਤ ਧਰਤੀ ਹੈ, ਪਰ ਉੱਥੋਂ ਦੇ ਜਿਹੜੇ ਲੋਕ ਨੇ ਉਹ ਇਸ ਪੱਖੋਂ ਬਹੁਤ ਬਦਕਿਸਮਤ ਕਹੇ ਜਾ ਸਕਦੇ ਆ, ਕਿਉਂਕਿ ਉੱਥੇ ਇੰਨਾ ਕੁ ਵਿਜ਼ਿਟਰ ਇਹਨਾਂ ਦਿਨਾਂ ਦੇ ਦੌਰਾਨ ਆਉਂਦਾ ਕਿ ਇਹ ਕਿਹਾ ਜਾਂਦਾ ਕਿ ਇਹਨਾਂ 3 ਮਹੀਨਿਆਂ ਦੇ ਵਿੱਚ ਉਹ ਕਿਸੇ ਵੇਲੇ ਪੂਰੇ ਸਾਲ ਦੀ ਰੋਜ਼ੀ ਰੋਟੀ ਕਮਾ ਲੈਂਦੇ ਸੀਗੇ। ਜੀ ਜਿਹੜੇ ਸ਼ਿਕਾਰਿਆਂ ਦੇ ਉੱਤੇ ਜਾਣਾ ਜਾਂ ਦੂਸਰਾ ਜਿੰਨਾ ਵੀ ਵਿਜ਼ਿਟਰ ਦਾ ਸਾਰਾ ਜੁੜਿਆ ਹੋਇਆ। ਹਾਲਾਂਕਿ ਮੈਨੂੰ ਇੱਕ ਸੱਜਣ ਦੱਸ ਰਹੇ ਸੀਗੇ ਕਿ ਉਹ ਜਾ ਕੇ ਆਏ ਨੇ, ਉਹ ਕਹਿੰਦੇ ਕਿ ਉਸੇ ਤਰੀਕੇ ਨਾਲ ਸ਼ਿਕਾਰੇ ਵਗੈਰਾ ਚੱਲਣ ਲੱਗ ਗਏ ਆ, ਉੱਥੇ ਵਿਜ਼ਿਟਰ ਵੱਡੇ ਜਗ੍ਹਾ ਦੇ ਉੱਤੇ ਜਾ ਰਹੇ ਆ। ਉਹ ਇੱਕ ਗੱਲਾਂ ਨੇ, ਪਰ ਇੱਕ ਦੂਸਰਾ ਪੱਖ ਵੀ ਹੈ ਇਹਦਾ, ਜਿਹੜਾ
ਇਸ ਵੇਲੇ ਘੱਟ ਗਿਣਤੀ ਜਿਹੜੀ ਆ ਉੱਥੋਂ ਦੀ ਉਹ ਹਿਜਰਤ ਕਰ ਰਹੀ ਹੈ ਜੀ। ਔਰ ਇੱਥੇ ਘਾਟੀ ਦੇ ਵਿੱਚ ਲਗਾਤਾਰ ਘੱਟ ਗਿਣਤੀ ਦੇ ਹੋ ਰਹੇ ਕਤਲਾਂ ਤੋਂ ਬਾਅਦ ਜਿਹੜੇ ਕਸ਼ਮੀਰੀ ਪੰਡਤ ਨੇ ਉਹ ਆਪਣਾ ਘਰ-ਬਾਰ ਛੱਡ ਕੇ ਜਾਣ ਲੱਗੇ ਆ। ਪ੍ਰਧਾਨ ਮੰਤਰੀ ਪੈਕੇਜ ਤੋਂ ਮਿਲੇ ਅਨੰਤਨਾਗ ਦੇ ਵਿੱਚ ਜਿਹੜੇ ਸਥਿਤ ਪੰਡਤ ਕਾਲੋਨੀ ਦੇ ਵਿੱਚ ਚੁਫੇਰੇ ਸਨਾਟਾ ਛਾਇਆ ਹੋਇਆ। ਕਸ਼ਮੀਰੀ ਪੰਡਤ ਜਿਹੜੇ ਉਹ ਇਹ ਕਹਿੰਦੇ ਆ ਕਿ ਅਨੰਤਨਾਗ ਦੇ ਵਿੱਚ ਸਥਿਤ ਮਟਨ ਜਿਹੜਾ ਕਸ਼ਮੀਰੀ ਪੰਡਤ ਕਲੋਨੀ ਦੇ ਵਿੱਚ 90% ਲੋਕ ਜਾ ਚੁੱਕੇ ਆ ਔਰ ਲੋਕਾਂ ਦੇ ਸਬਰ ਦਾ ਬੰਨ ਟੁੱਟ ਗਿਆ ਹੈ, ਜਿਹਦੇ ਕਰਕੇ ਰਾਤ ਦੇ ਵੇਲੇ ਵੀ ਉਹ ਪਲਾਇਨ ਕਰ ਰਹੇ ਆ। ਇਹ ਕਾਲੋਨੀ ਪ੍ਰਧਾਨ ਮੰਤਰੀ ਪੈਕੇਜ ਯੋਜਨਾ ਦੇ ਤਹਿਤ ਬਣਾਈ ਗਈ ਸੀ। ਇੱਥੇ ਕਸ਼ਮੀਰੀ ਪੰਡਤ ਜਿਹੜੇ ਨੇ ਉਹਨਾਂ ਦੇ ਸਰਕਾਰੀ ਕਰਮਚਾਰੀ ਜਿਹੜੇ ਉਹ ਰਹਿੰਦੇ ਆ। ਪਿਛਲੇ ਕੁਝ ਦਿਨਾਂ ਤੋਂ ਹੋ ਰਹੇ ਕਤਲਾਂ ਤੋਂ ਬਾਅਦ ਸਾਰੇ ਆਪਣੇ ਘਰਾਂ ਦੇ ਵੱਲ ਨੂੰ ਨਿਕਲ ਗਏ ਆ। ਹਾਲਾਤ ਠੀਕ ਹੋਣ ਤੋਂ ਬਾਅਦ ਇਹਨਾਂ ਦੇ ਵਾਪਸ ਪਰਤਣ ਦੀਆਂ ਸੰਭਾਵਨਾਵਾਂ ਨੇ। ਅਨੰਤਨਾਗ ਤੇ ਕੁਲਗਾਮ ਦੇ ਕਈ ਇਲਾਕਿਆਂ ਦੇ ਵਿੱਚ ਕਸ਼ਮੀਰੀ ਪੰਡਤਾਂ ਨੇ ਜਿਹੜਾ ਲੋਕਲ ਪ੍ਰਸ਼ਾਸਨ ਹੈ ਉਹ ਤੋਂ ਸੁਰੱਖਿਆ ਦੀ ਮੰਗ ਕੀਤੀ, ਉਹ ਘਾਟੀ ਛੱਡ ਕੇ ਤਾਂ ਕਿ ਸੁਰੱਖਿਅਤ ਥਾਵਾਂ ਦੇ ਉੱਤੇ ਜਾ ਸਕਣ। ਕਸ਼ਮੀਰ ਦੇ ਵਿੱਚ ਰਾਹੁਲ ਭੱਟ ਦੀ ਹੱਤਿਆ ਤੋਂ ਬਾਅਦ ਜਿਹੜੇ ਕਸ਼ਮੀਰੀ ਪੰਡਤ ਨੇ ਉਹਨਾਂ ਦਾ ਪ੍ਰਦਰਸ਼ਨ ਜਾਰੀ ਆ। ਅਨੰਤਨਾਗ ਦੇ ਵਿੱਚ ਰਹਿਣ ਵਾਲੇ ਕਸ਼ਮੀਰੀ ਪੰਡਿਤ ਅਵਿਨਾਸ਼ ਜਿਹੜਾ ਜੀ ਉਹ ਇਹ ਕਹਿੰਦਾ ਕਿ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਨਹੀਂ ਹੁੰਦੇ ਉਦੋਂ ਤੱਕ ਅਸੀਂ ਇੱਥੋਂ ਚਲੇ ਜਾਣਾ ਬਿਹਤਰ ਸਮਝਦੇ ਹਾਂ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਖਤਰੇ ਨੂੰ ਵੇਖਦਿਆਂ ਹੋਇਆ ਕਸ਼ਮੀਰੀ ਪ੍ਰਵਾਸੀਆਂ ਤੇ ਜੰਮੂ ਸੰਭਾਗ ਦੇ ਕਰਮਚਾਰੀਆਂ ਨੂੰ 6 ਜੂਨ ਤੱਕ ਸੁਰੱਖਿਅਤ ਸਥਾਨਾਂ ਦੇ ਉੱਤੇ ਤਾਇਨਾਤ ਕਰਨ ਦਾ ਫੈਸਲਾ ਕੀਤਾ। ਜੰਮੂ ਕਸ਼ਮੀਰ ਪ੍ਰਸ਼ਾਸਨ ਕਹਿੰਦਾ ਕਿ ਸਾਰਿਆਂ ਨੂੰ ਡਿਸਟ੍ਰਿਕਟ ਹੈੱਡਕੁਆਟਰ ਦੇ ਵਿੱਚ ਸ਼ਿਫਟ ਕੀਤਾ ਜਾਊਗਾ। ਹਾਲਾਂਕਿ ਜੰਮੂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਬਹਿਣ ਵਾਲੇ ਕਰਮਚਾਰੀਆਂ ਦਾ ਦੋਸ਼ ਹੈ ਕਿ ਟਾਰਗੇਟ ਬਣਾ ਕੇ ਕਰਮਚਾਰੀਆਂ ਦੇ ਕਤਲ ਕੀਤੇ ਜਾ ਰਹੇ ਨੇ। ਕਸ਼ਮੀਰ ਦੇ ਵਿੱਚ ਇਸ ਸਾਲ ਅੱਤਵਾਦੀਆਂ ਦੇ ਹਮਲੇ ਦੇ ਵਿੱਚ 12 ਉੱਥੋਂ ਦੇ ਨਾਗਰਿਕਾਂ ਦੀ ਹੱਤਿਆ ਹੋ ਚੁੱਕੀ ਆ। 9 ਕਤਲ ਪਿਛਲੇ 22 ਦਿਨਾਂ ਦੇ ਵਿੱਚ ਹੋਏ ਆ, ਜਿਹਦੇ ਵਿੱਚ 5 ਕਸ਼ਮੀਰੀ ਪੰਡਤ ਸ਼ਾਮਲ ਨੇ, ਹਿੰਦੂ ਭਾਈਚਾਰੇ ਦੇ ਸ਼ਾਮਲ ਨੇ, 3 ਸੁਰੱਖਿਆ ਫੋਰਸਸ ਦੇ ਜਵਾਨ ਨੇ। ਇਹ ਜਵਾਨ ਛੁੱਟੀ ਦੇ ਉੱਤੇ ਘਰ ਆਏ ਸੀਗੇ। ਅੱਤਵਾਦੀਆਂ ਨੇ ਇੱਕ ਟੀਵੀ ਐਕਟਰ ਦੀ ਵੀ ਹੱਤਿਆ ਕੀਤੀ ਆ। ਲੋਕਲ ਟੈਰਰਿਸਟ ਗਰੁੱਪ ਕਸ਼ਮੀਰ ਫਰੀडम ਫਾਈਟਰ ਨੇ ਲੈਟਰ ਜਾਰੀ ਕਰਕੇ ਧਮਕੀ ਦਿੱਤੀ ਆ ਕਿ ਸਾਰਿਆਂ ਦਾ ਅੰਜਾਮ ਇਸੇ ਤਰੀਕੇ ਦੇ ਨਾਲ ਹੋਊਗਾ। 1990 ਦੇ ਵਿੱਚ ਘਾਟੀ ਦੇ ਵਿੱਚ ਜਦੋਂ ਕਸ਼ਮੀਰੀ ਪੰਡਤਾਂ ਦਾ ਸਭ ਤੋਂ ਵੱਡਾ ਪਲਾਇਨ ਹੋਇਆ ਸੀਗਾ, ਗ੍ਰਹਿ ਮੰਤਰਾਲੇ ਦੇ ਮੁਤਾਬਕ 1990 ਦੇ ਵਿੱਚ 219 ਕਸ਼ਮੀਰੀ ਪੰਡਤ ਹਮਲੇ ਦੇ ਵਿੱਚ ਮਾਰੇ ਗਏ ਸੀ, ਜਿਸ ਤੋਂ ਬਾਅਦ ਇਹ ਘੱਟ ਗਿਣਤੀਆਂ ਨੇ ਉੱਥੋਂ ਹਿਜਰਤ ਸ਼ੁਰੂ ਕੀਤੀ ਸੀ। ਇੱਕ ਅੰਦਾਜ਼ੇ ਦੇ ਮੁਤਾਬਕ 1,20,000 ਕਸ਼ਮੀਰੀ ਪੰਡਤਾਂ ਨੇ ਘਾਟੀ ਤੋਂ ਉਸ ਵੇਲੇ ਪਲਾਇਨ ਜਿਹੜਾ ਉਹ ਕਰ ਲਿਆ ਸੀਗਾ। ਜੀ ਬਿਲਕੁਲ। ਸਵਾਲ ਜਿਹੜਾ ਨਾ ਜੀ ਵੱਡਾ ਇਹਦੇ ਵਿੱਚ ਇਹ ਖੜਾ ਕਿ ਅੱਜ ਉਹ ਲੋਕ ਕਿੱਥੇ ਆ ਜਿਨ੍ਹਾਂ ਨੇ ਬੜੀਆਂ ਸਾਰੀਆਂ ਗੱਲਾਂ ਕੀਤੀਆਂ ਸੀ ਜਦੋਂ 370 ਖਤਮ ਕੀਤੀ ਗਈ ਹੈ, ਔਰ ਕੈਸੇ ਭੱਦੇ ਟਾਈਪ ਦੀਆਂ ਜਿਹੜੀਆਂ ਉਹ ਟਿੱਪਣੀਆਂ ਉਦੋਂ ਆਈਆਂ ਸੀ। ਇੱਕ ਉਹ ਕਦੇ ਨਹੀਂ ਭੁੱਲਦੀ ਕਿ ਹੁਣ ਉੱਥੇ ਉਹ ਮੁਲਕ ਦਾ ਹਿੱਸਾ ਬਣ ਗਿਆ ਤੇ ਅਸੀਂ ਆਪਣੇ ਮੁੰਡਿਆਂ ਦੇ ਰਿਸ਼ਤੇ ਉੱਥੇ ਕਰਾਂਗੇ। ਜੀ ਇਦਾਂ ਦੀ ਟਿੱਪਣੀ ਵੀ ਆਈ ਸੀ। ਇਹ ਵੀ ਕਿਹਾ ਸੀ ਕਿ ਉੱਥੇ ਪਲਾਟ ਲਵਾਂਗੇ। ਪਲਾਟ ਲੈਣ ਵਾਲੇ ਕਿੰਨੇ ਨੇ, ਕਿੰਨਿਆਂ ਨੇ ਉੱਥੇ ਪਲਾਟ ਲਏ, ਮੈਨੂੰ ਨਹੀਂ ਲੱਗਦਾ ਕਿਉਂਕਿ ਇਹਦਾ ਕੋਈ ਡਾਟਾ ਜਿਹੜਾ ਉਹ ਹੈਗਾ ਵੀ ਆ, ਕਿਉਂਕਿ ਡਾਟਾ ਹੋਵੇ ਤੇ ਕੋਈ ਅਵੇਲੇਬਲ ਹੋਵੇ। ਜੀ ਉਹ ਲੋਕ ਉਹੀ ਸਨ ਜੀ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਮਹਿਜ਼ ਲਿਖਣ ਤੱਕ ਸੀਮਤ ਨੇ। ਉਹਨਾਂ ਨੂੰ ਨਹੀਂ ਪਤਾ ਕਿ ਉੱਥੋਂ ਦੇ ਜਿਹੜੇ ਘੱਟ ਗਿਣਤੀ ਲੋਕ ਨੇ ਉਹਨਾਂ ਦੀਆਂ ਮੁਸ਼ਕਲਾਂ ਕੀ ਨੇ। ਜੇ ਪਤਾ ਹੋਵੇ ਤੇ ਅੱਜ ਇਹਨਾਂ ਕਤਲਾਂ ਦੇ ਬਾਰੇ ਦੇ ਵਿੱਚ ਕੋਈ ਨਹੀਂ ਬੋਲ ਰਿਹਾ ਜੀ। ਜਿੰਨੀ ਇਹ ਟਰੋਲ ਆਰਮੀ ਆ, ਜਿੰਨੇ ਇਹ IT ਵਿੰਗਸ ਨੇ ਵੱਖ-ਵੱਖ ਪਾਰਟੀਆਂ ਦੇ, ਇਹ ਕਿਤੇ ਨਹੀਂ ਕੋਈ ਗੱਲ ਕਰ ਰਹੇ। ਨਹੀਂ ਤਾਂ ਅਦਰਵਾਈਜ਼ 1 ਮਿੰਟ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੰਦੇ ਨੇ। ਅਜੇ ਪਿੱਛੇ ਜੇ ਫਿਲਮ ਆਈ ਸੀਗੀ ਇੱਕ ਕਸ਼ਮੀਰ ਫਾਈਲਸ, ਉਸ ਫਿਲਮ ਦੇ ਬਾਰੇ ਦੇ ਵਿੱਚ ਬੋਲਿਆ ਗਿਆ ਜੀ, ਕਸ਼ਮੀਰ ਫਾਈਲਸ ਦੇ ਬਾਰੇ ਚ, ਔਰ ਅਗਲਾ ਬਣਾ ਕੇ ਫਿਲਮ ਮੋਟਾ ਪੈਸਾ ਇਕੱਠਾ ਕਰਕੇ ਹੋ ਗਿਆ ਜੀ। ਬਿਲਕੁਲ। ਜਿਹੜੇ ਅੱਜ ਪਲਾਇਨ ਕਰ ਰਹੇ ਨੇ ਇਹਨਾਂ ਦੇ ਵਾਸਤੇ ਉਹਨੇ ਕੋਈ ਉਸ ਕਮਾਈ ਦੇ ਵਿੱਚੋਂ ਥੋੜੀ ਦੇ ਦੇਣਾ, ਜਾਂ ਉਹ ਇਹ ਕਰੂਗਾ ਇਹਦਾ ਸੀਕਵਲ ਬਣਾ ਲੂਗਾ ਇੱਕ ਹੋਰ। ਬਿਲਕੁਲ। ਤੇ ਹੁਣ ਫਿਰ ਦੁਬਾਰਾ ਤੋਂ ਪਲਾਇਨ ਹੋ ਰਿਹਾ। ਇਹ ਬਦਕਿਸਮਤੀ ਆ ਕਿ ਉੱਥੋਂ ਦੀ ਜਿਹੜੀ ਸਮੱਸਿਆ ਹੈ ਉਹ ਜਿਉਂ ਦੀ ਤਿਉਂ ਖੜੀ ਹੈ। ਜਦੋਂ ਧਾਰਾ 370 ਖਤਮ ਕੀਤੀ ਗਈ ਆ ਜੀ,
ਬੜੇ ਮਾੜੇ ਦਿਨ ਉੱਥੋਂ ਦੇ ਲੋਕਾਂ ਨੇ ਦੇਖਿਆ ਜੀ। ਬਿਨਾਂ ਇੰਟਰਨੈਟ ਤੋਂ, ਬਿਨਾਂ ਟੈਲੀਫੋਨ ਤੋਂ ਉਹਨਾਂ ਨੂੰ ਸਾਲਾਂ ਤੱਕ ਰਹਿਣਾ ਪਿਆ। ਜਦੋਂ ਦੇਸ਼ ਦੇ ਵਿੱਚ ਲੋਕਾਂ ਨੂੰ ਘਰਾਂ ਦੇ ਅੰਦਰ ਤੜਨਾ ਪਿਆ ਸੀ ਕਰੋਨਾ ਦੀ ਵਜ੍ਹਾ ਕਰਕੇ ਜੀ, ਉਦੋਂ ਵੀ ਗੱਲ ਚੱਲੀ ਸੀਗੀ ਕਿ ਜੰਮੂ ਕਸ਼ਮੀਰ ਵਾਲਿਆਂ ਦਾ ਸੋਚੋ, ਉਹ ਕਿੰਨੀ ਦੇਰ ਤੋਂ ਆਪਣੇ ਘਰਾਂ ਦੇ ਅੰਦਰ ਤੜੇ ਬੈਠੇ ਆ। ਜੀ, ਲੋਕਾਂ ਦੇ ਜਿਨ੍ਹਾਂ ਦੇ ਕਾਰੋਬਾਰ ਇੰਟਰਨੈਟ ਦੇ ਰਾਹੀਂ ਚੱਲਦੇ ਸੀ ਤਬਾਹ ਹੋ ਕੇ ਰਹਿ ਗਏ। ਬੱਚਿਆਂ ਦੀ ਐਜੂਕੇਸ਼ਨ ਦੇ ਉੱਤੇ ਬਹੁਤ ਵੱਡਾ ਅਸਰ ਪਿਆ, ਉਹ ਪੜ੍ਹ ਨਹੀਂ ਸਕੇ। ਜਦੋਂ ਬੱਚੇ ਪੜ੍ਹਨਗੇ ਨਹੀਂ ਤਾਂ ਜਾਂ ਤਾਂ ਉਹ ਹੱਥਾਂ ਦੇ ਵਿੱਚ ਗਨਜ਼ ਲੈਣਗੇ ਜਾਂ ਫਿਰ ਉਹ ਕਿਸੇ ਟਰੋਲ ਆਰਮੀ ਦਾ ਪਾਰਟ ਬਣ ਜਾਣਗੇ। ਕਿਉਂਕਿ ਜਿਹੜੀ ਟਰੋਲ ਆਰਮੀ ਹੈ ਜਾਂ ਜਿਹੜੇ ਆਈਟੀ ਵਿੰਗਸ ਨੇ, ਮੈਂ ਸਮਝਦਾ ਉਹ ਵੀ ਉਨੇ ਹੀ ਖਤਰਨਾਕ ਨੇ ਜਿੰਨੇ ਹੱਥ ਦੇ ਵਿੱਚ ਗਨਜ਼ ਲਈ ਫਿਰਦੇ ਲੋਕ ਖਤਰਨਾਕ ਨੇ। ਕਿਉਂਕਿ ਜਿਨ੍ਹਾਂ ਦਾ ਕੰਮ ਸਾਰੀ ਦਿਹਾੜੀ ਗਾਲਾਂ ਹੀ ਕੱਢੀ ਜਾਣਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦੀ ਜੌਬ ਹੀ ਹੈ ਕਿ ਉਹਨਾਂ ਨੇ ਗਾਲਾਂ ਕੱਢਣੀਆਂ। ਇਹ ਇਸ ਕਰਕੇ ਜਿਹੜਾ ਜੀ ਇਹ ਖਤਰਨਾਕ ਨੇ। ਈਵਨ ਜੇ ਕਿਸੇ ਦੇ ਹੱਥ 'ਚ ਗਨ ਹੈ ਉਹ ਤਾਂ ਦਿਸਦੀ ਹੈ, ਤਾਂ ਤੁਹਾਨੂੰ ਇਹੀ ਨਹੀਂ ਪਤਾ ਕਿ ਇਹਦੇ ਪਿੱਛੇ ਕੌਣ ਬੈਠਾ ਹੈ। ਜਿਹੜੀ ਖਾਸ ਤੌਰ ਦੇ ਉੱਤੇ ਐਜੂਕੇਸ਼ਨ ਤੋਂ ਲਾਂਭੇ ਕਰ ਦੇਣਾ ਨਾ ਜੀ ਬੱਚਿਆਂ ਨੂੰ, ਖਤਰਨਾਕ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਚੀਜ਼ ਹੈ। ਜਿਵੇਂ ਪਾਸ਼ਰਾਂ ਦੀ ਕਵਿਤਾ ਹੈ ਨਾ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ। ਇਹ ਉਹ ਕਵਿਤਾ ਜਿਹੜੀ ਆ ਉਹ ਬਾਰ-ਬਾਰ ਬਹੁਤ ਸਾਰੇ ਥਾਵਾਂ ਦੇ ਉੱਤੇ ਆ ਕੇ ਢੁੱਕਦੀ ਆ। ਫਿਰ ਅੱਜ ਜੰਮੂ ਕਸ਼ਮੀਰ ਦੇ ਹਾਲਾਤ ਦੇ ਬਾਰੇ ਦੇ ਵਿੱਚ ਸਰਕਾਰ ਨੂੰ ਤੁਰੰਤ ਸੋਚਣਾ ਚਾਹੀਦਾ ਜੀ। ਜਿਹੜੇ ਲੋਕ ਉਸ ਵੇਲੇ ਖਾਸ ਤੌਰ ਦੇ ਉੱਤੇ ਬੋਲਦੇ ਸੀ ਜਦੋਂ 370 ਖਤਮ ਕੀਤੀ ਗਈ ਹੈ, ਜਿਵੇਂ ਉੱਥੋਂ ਦੇ ਸਿਆਸੀ ਨੇਤਾ, ਉਹਨਾਂ ਨੂੰ ਘਰਾਂ ਦੇ ਵਿੱਚ ਕੈਦ ਕਰ ਦਿੱਤਾ ਗਿਆ, ਇਹਨੂੰ ਕੇਂਦਰੀ ਸ਼ਾਸਤ ਰਾਜ ਬਣਾ ਦਿੱਤਾ ਗਿਆ ਜੀ। ਇਹ ਜਿਹੜੇ ਇਹਦੇ ਨੁਕਸਾਨ ਨੇ ਉਹ ਅੱਜ ਅੰਮ੍ਰਿਤ ਜੀ ਸਾਹਮਣੇ ਆਉਣੇ ਸ਼ੁਰੂ ਹੋਏ ਨੇ ਕਿ ਉਹ ਨੁਕਸਾਨ ਬੜਾ ਕੁਝ ਹੋ ਗਿਆ। ਜਿਸ ਤਰ੍ਹਾਂ ਦੀ ਵੀ ਸੀ, ਜਿਹੜੇ ਵੀ ਤਰੀਕੇ ਦੀ ਸੀ, ਜਿੰਨੇ ਵੀ ਪਰਸੈਂਟੇਜ ਵੋਟ ਪੈਂਦੀ ਸੀਗੀ, ਆਫਟਰ ਆਲ ਲੋਕ ਵੋਟ ਪਾ ਕੇ ਕੋਈ ਸਰਕਾਰ ਤਾਂ ਚੁਣ ਲੈਂਦੇ ਸੀਗੇ, ਹੁਣ ਤਾਂ ਉਹ ਵੀ ਹੈ ਨਹੀਂ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਵਿਵੇਕ ਅਗਨੀਹੋਤਰੀ ਨੇ ਕਸ਼ਮੀਰ ਫਾਈਲਸ ਬਣਾ ਦਿੱਤੀ, ਬੜੀ ਉਹਦੀ ਚਰਚਾ ਰਹੀ। ਫਿਰ ਇੱਕ ਵਾਰ ਸਾਡਿਆਂ ਚੇਤਿਆਂ 'ਚ ਗਵਰਨਰ ਜਗਮੋਹਨ ਵੀ ਆਏ, ਪਰ ਅੱਜ ਵੀ ਖਬਰਾਂ ਆ ਰਹੀਆਂ ਨੇ ਕਿ ਅਮਿਤ ਸ਼ਾਹ ਨੇ ਅਜੀਤ ਦੋਭਾਲ ਨਾਲ ਗੱਲ ਕੀਤੀ ਹੈ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨਾਲ। ਪਰ ਜਿਹੜੇ ਉਹ ਕਤਲ ਹੋ ਰਹੇ ਨੇ, ਜਿਹੜੇ ਲੋਕ ਹਿਜਰਤ ਕਦੇ ਹੰਢਾ ਚੁੱਕੇ ਨੇ, ਉਹੀ ਦੱਸ ਸਕਦੇ ਨੇ ਕਿ ਆਪਣਾ ਟੱਬਰ ਟੀਰ ਤੇ ਬਣਿਆ ਬਣਾਇਆ ਘਰ 'ਚੋਂ ਸਮਾਨ ਚੁੱਕ ਕੇ ਕਿਤੇ ਜਾਣਾ ਕਿੰਨਾ ਔਖਾ ਹੁੰਦਾ ਹੈ। ਪਰ ਗੱਲ ਤੇ ਪੰਨੂ ਸਾਹਿਬ ਫਿਰ ਉੱਥੇ ਹੀ ਖੜੀ ਹੈ ਨਾ ਜੀ ਕਿ ਸਰਕਾਰਾਂ ਨੂੰ ਤੇ ਸੱਤਾ ਚਾਹੀਦੀ ਹੈ, ਚਾਹੇ ਇਸ ਪਾਸਿਓਂ ਮਿਲ ਜਾਏ ਤੇ ਚਾਹੇ ਉਸ ਪਾਸਿਓਂ ਮਿਲ ਜਾਏ। ਸਰਕਾਰਾਂ ਨੂੰ ਬਹੁਤ ਸੁਹਿਰਦਤਾ ਨਾਲ ਇਨਸਾਨੀਅਤ ਵਾਲੇ ਪਾਸੇ ਨੂੰ ਮੋਹਰੇ ਰੱਖ ਕੇ ਸੋਚਣ ਦੀ ਲੋੜ ਹੈ। ਫਿਰ ਜਾ ਕੇ ਜੰਮੂ ਕਸ਼ਮੀਰ ਵਾਲੀ ਮਸਲਾ ਜਿਹੜਾ ਹੈ ਉਹ ਕਿਤੇ ਹੱਲ ਹੁੰਦਾ ਨਜ਼ਰ ਆ ਸਕਦਾ ਹੈ। ਇੱਕ ਵਾਰ ਇਸ ਗੱਲ ਦੀ ਚਰਚਾ ਵੀ ਹੁੰਦੀ ਰਹੀ ਹੈ ਕਿ ਇੱਕ ਵਾਰ ਸਾਡੇ ਇੱਕ ਸਾਬਕਾ ਪ੍ਰਧਾਨ ਮੰਤਰੀ ਨੇ ਪਾਰਟੀ ਦੀ ਹੈੱਡ ਨਾਲ ਗੱਲ ਕੀਤੀ ਕਿ ਮੈਡਮ ਇਵੇਂ ਮਸਲਾ ਹੱਲ ਹੋ ਸਕਦਾ ਹੈ, ਤੇ ਮੈਡਮ ਨੇ ਅੱਗੇ ਜਵਾਬ ਦਿੱਤਾ ਕਿ ਜੇ ਮਸਲਾ ਹੱਲ ਹੋ ਜਾਏ ਫਿਰ ਅਸੀਂ ਸਿਆਸਤ ਕਿਵੇਂ ਕਰਾਂਗੇ। ਪੰਨੂ ਸਾਹਿਬ ਇੱਕ ਬ੍ਰੇਕ ਲੈ ਲਈਏ, ਫਿਰ ਕਰਦੇ ਹਾਂ ਜੀ ਇੱਕ ਹੋਰ ਗੱਲਬਾਤ। ਵਾਪਸੀ ਕਰਦੇ ਹਾਂ ਪ੍ਰੋਗਰਾਮ ਸੱਚੀਆਂ ਤੇ ਖਰੀਆਂ ਪੰਨੂ ਦੀਆਂ ਵਿੱਚ। ਪੰਨੂ ਸਾਹਿਬ, ਇੱਕ ਕਤਲ ਕਾਫੀ ਦਿਨਾਂ ਤੋਂ ਚਰਚਾ 'ਚ ਹੋਇਆ ਤੇ ਅੱਜ ਮੁੱਖ ਮੰਤਰੀ ਸਾਹਿਬ ਵੀ ਉਹਨਾਂ ਦੇ ਘਰੇ ਗਏ, ਪਰ ਇਸ ਦੇ ਵਿੱਚ ਹੋਰ ਕਹਾਣੀਆਂ ਵੀ ਜੁੜ ਰਹੀਆਂ ਨੇ ਕਿ ਜਾਂਚ ਕੁਝ ਅੱਗੇ ਵੱਧਦੀ ਨਜ਼ਰ ਆ ਰਹੀ ਹੈ ਜੀ। ਤੁਸੀਂ ਦੱਸੋ ਜੀ ਕੀ ਹੋ ਰਿਹਾ ਇਸ ਕੇਸ ਵਿੱਚ? ਕਈ ਪੱਖਾਂ ਤੋਂ ਜਿਹੜੀ ਜਾਂਚ ਹੈ ਉਹ ਅੱਗੇ ਵੱਧਦੀ ਨਜ਼ਰ ਆ ਰਹੀ ਹੈ ਜੀ। ਇੱਕ ਤਾਂ ਜਿਹੜੇ ਮੂਸੇਵਾਲਾ ਪਿੰਡ ਦੇ ਫੋਨ ਨੇ ਜੀ, ਉੱਥੋਂ ਦੇ ਟਾਵਰ ਦੀਆਂ ਲੋਕੇਸ਼ਨ ਤੋਂ ਫੋਨ ਕੁਝ ਜਾ ਕੇ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਤੇ ਫਰੀਦਕੋਟ ਦੀ ਜੇਲ੍ਹ ਦੇ ਵਿੱਚ ਉਹਨਾਂ ਤੋਂ ਗੱਲ ਹੋਈ ਦੱਸੀ ਦੀ ਆ। ਉਹ ਮਿਲਾਏ ਗਏ ਆ ਫੋਨ। ਜੇਲ੍ਹਾਂ ਦੇ ਨੇੜਲੇ ਜਿਹੜੇ ਟਾਵਰ ਨੇ ਉਹਨਾਂ ਦਾ ਡਾਟਾ ਵੀ ਖੰਗਾਲਿਆ ਜਾ ਰਿਹਾ ਵੀ ਕਿੱਥੇ ਕਿੱਥੇ ਫੋਨ ਹੋਏ ਨੇ। ਉਹਦੇ ਨਾਲ ਫਿਰ ਇਹਨਾਂ ਨੂੰ ਟੈਲੀ ਕੀਤਾ ਜਾ ਰਿਹਾ ਜੀ। ਇਹ ਕਿਹਾ ਜਾ ਰਿਹਾ ਕਿ 3 ਬੰਦੇ ਨੇ ਮੂਸੇ ਪਿੰਡ ਦੇ, ਉਹਨਾਂ ਤੋਂ ਪੁੱਛਗਿੱਛ ਹੋ ਰਹੀ ਆ, ਉਹਨਾਂ ਦੀ ਇਨਵੋਲਵਮੈਂਟ ਹੋ ਸਕਦੀ ਆ ਜੀ। ਕਿਉਂਕਿ ਜਿੰਨੀ ਦੇਰ ਤੱਕ ਕੋਈ ਲੋਕਲ ਬੰਦਾ ਨਹੀਂ ਹੈਗਾ, ਰੇਕੀ ਕਿਵੇਂ ਕੀਤੀ ਜਾ ਸਕਦੀ ਹੈ? ਬਿਲਕੁਲ ਉਨੀ ਦੇਰ ਤੱਕ ਰੇਕੀ ਹੋ ਹੀ ਨਹੀਂ ਸਕਦੀ ਜਿੰਨੀ ਦੇਰ ਤੱਕ ਕੋਈ ਲੋਕਲ ਬੰਦਾ ਵਿੱਚੋਂ ਨਹੀਂ ਸਾਹਮਣੇ ਆ ਜਾਂਦਾ ਜਾਂ ਉਹਦੀ ਜਿਹੜੀ ਜਾਣਕਾਰੀ ਨਹੀਂ ਕੋਈ ਵਿਅਕਤੀ ਦਿੰਦਾ। ਜਿਹੜਾ ਦਿੱਲੀ ਪੁਲਿਸ ਦਾ ਸਪੈਸ਼ਲ ਵਿੰਗ ਹੈ ਜੀ, ਉਹ ਕਾਫੀ ਤੇਜ਼ੀ ਦੇ ਨਾਲ ਇਹਦੇ ਉੱਤੇ ਕੰਮ ਕਰ ਰਿਹਾ ਹੈ। SIT ਜਿਹੜੀ ਪੰਜਾਬ ਦੇ ਵਿੱਚ ਬਣਾਈ ਆ ਉਹ ਵੀ ਬੜੀ ਤੇਜ਼ੀ ਦੇ ਨਾਲ ਕੰਮ ਕਰ ਰਹੀ ਆ। ਬਹੁਤ ਸਾਰੇ ਗੈਂਗਸਟਰ ਇਹਨਾਂ ਨੇ ਵੱਖ-ਵੱਖ ਜੇਲ੍ਹਾਂ ਦੇ ਵਿੱਚੋਂ
ਰਿਮਾਂਡ ਦੇ ਉੱਤੇ ਲਿਆਂਦੇ ਆ, ਲਿਆ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ 2 ਵਿਅਕਤੀ ਨੇ, ਇਹ ਉਹਨਾਂ ਨੂੰ ਫਤਿਆਬਾਦ ਹਰਿਆਣੇ ਦੇ ਵਿੱਚ ਜਿਹੜਾ ਪੈਂਦਾ ਉੱਥੋਂ ਫੜਿਆ ਗਿਆ ਜੀ। ਇਹ ਦੋਸ਼ੀ ਪਵਨ ਬਿਸ਼ਨੋਈ ਤੇ ਨਸੀਬ ਖਾਨ ਨੇ, ਦੋਨੋਂ ਮੂਸੇਵਾਲਾ ਹੱਤਿਆਕਾਂਡ ਦੇ ਨਾਲ ਜੁੜੇ ਹੋਏ ਨੇ। ਮੂਸੇਵਾਲਾ ਦੇ ਕਤਲ ਦੇ ਵਿੱਚ ਵਰਤੀ ਗਈ ਬਲੈਰੋ ਗੱਡੀ ਦੇ ਨਾਲ ਇਹਨਾਂ ਦਾ ਕਨੈਕਸ਼ਨ ਹੈ ਔਰ ਦਿੱਲੀ ਪੁਲਿਸ ਦੀ ਇੱਕ ਸਪੈਸ਼ਲ ਟੀਮ ਕਾਤਲਾਂ ਨੂੰ ਲੱਭਣ ਦੇ ਵਾਸਤੇ ਨੇਪਾਲ ਗਈ ਹੈ। ਨੇਪਾਲ ਇਸ ਕਰਕੇ ਗਈ ਆ ਕਿ ਕਿਹਾ ਜਾ ਰਿਹਾ ਕਿ ਇਹ ਦਿੱਲੀ ਦੇ ਰਾਹ ਥਾਣੀ ਹੁੰਦੇ ਹੋਏ ਨੇਪਾਲ ਪਹੁੰਚ ਗਿਆ। ਉੱਥੇ ਕਿਵੇਂ ਗਏ ਆ? ਸੜਕੀ ਰਸਤੇ ਰਾਹੀਂ ਗਏ ਆ ਜਾਂ ਕੋਈ ਹੋਰ ਸਾਧਨ ਇਹਨਾਂ ਨੇ ਇਸਤੇਮਾਲ ਕੀਤਾ? ਅਜੇ ਜਿਹੜੀ ਦਿੱਲੀ ਦਾ ਸਪੈਸ਼ਲ ਵਿੰਗ ਹੈ ਉਹੀ ਇਸ ਮਾਮਲੇ ਦੇ ਉੱਤੇ ਖੁਲਾਸਾ ਕਰੂਗਾ ਜੀ। ਪੁਲਿਸ ਕਮਿਸ਼ਨਰ ਨੇ ਲਾਰੈਂਸ ਬਿਸ਼ਨੋਈ ਦਾ ਪ੍ਰੋਡਕਸ਼ਨ ਵਾਰੰਟ ਜਿਹੜਾ ਉਹ ਤਿਹਾੜ ਜੇਲ੍ਹ ਤੋਂ ਲਿਆ ਕੇ ਪੁੱਛਗਿੱਛ ਦੀ ਤਿਆਰੀ ਸ਼ੁਰੂ ਕਰ ਲਈ ਹੈ, ਕਿਉਂਕਿ ਅੱਜ ਤੀਜਾ ਦਿਨ ਹੈ ਲਾਰੈਂਸ ਬਿਸ਼ਨੋਈ ਦੇ ਰਿਮਾਂਡ ਨੂੰ। ਭਲਕੇ ਚੌਥਾ ਤੇ ਪਰਸੋਂ ਪੰਜਵਾਂ ਜੀ। ਪਰਸੋਂ ਨੂੰ ਜਿਹੜਾ ਪੰਜਾਬ ਦੀ ਪੁਲਿਸ ਨੂੰ ਲਾਉਣਾ ਪਊਗਾ ਆਪਣਾ ਵਾਰੰਟ, ਤਾਂ ਕਿ ਉਹ ਲਾਰੈਂਸ ਬਿਸ਼ਨੋਈ ਨੂੰ ਰਿਮਾਂਡ ਦੇ ਉੱਤੇ ਲੈ ਸਕਣ ਜੀ। ਇਹ ਨਿਰਭਰ ਕਰਦਾ ਕਿ ਦਿੱਲੀ ਦੀ ਜਿਹੜੀ ਸਪੈਸ਼ਲ ਵਿੰਗ ਹੈ ਉਹ ਆਪਣੀ ਜਾਂਚ ਪੂਰੀ ਕਰ ਲੈਂਦੀ ਆ ਇਹਦੇ ਦੌਰਾਨ, ਜਾਂ ਉਹ ਇਹ ਕਹਿੰਦੀ ਆ ਕਿ ਉਹਨੂੰ ਅਜੇ ਹੋਰ ਚਾਹੀਦਾ ਲੰਮੇ ਟਾਈਮ ਲਈ। ਇਹ ਉਹਦੇ ਉੱਤੇ ਨਿਰਭਰ ਕਰੂਗਾ। ਲਾਰੈਂਸ ਬਿਸ਼ਨੋਈ ਨੇ ਜਿੰਨੇ ਪੁਲਿਸ ਸੂਤਰਾਂ ਦੇ ਮੁਤਾਬਕ ਆ ਰਹੀ ਹੈ ਕਿ ਉਹਨੇ ਇਹ ਗੱਲ ਮੰਨੀ ਹੈ ਕਿ ਉਹਨੇ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਉਹਦਾ ਹੱਥ ਹੈ ਜੀ। ਇੰਨੀ ਇੱਕ ਕਹਾਣੀ ਸਾਹਮਣੇ ਆ ਰਹੀ ਹੈ ਕਿ ਉਹ ਇਹ ਕਹਿੰਦਾ ਕਿ ਵਿੱਕੀ ਮਿੱਡੂ ਖੇੜਾ ਮੇਰਾ ਭਰਾ ਸੀ ਜਿਹਦਾ ਮੋਹਾਲੀ ਦੇ ਵਿੱਚ ਕਤਲ ਕੀਤਾ ਗਿਆ ਸੀ। ਅਸੀਂ ਕਾਲਜ ਟਾਈਮ ਤੋਂ ਇਕੱਠੇ ਸੀਗੇ। ਲਾਰੈਂਸ ਬਿਸ਼ਨੋਈ ਇਹ ਵੀ ਕਹਿੰਦਾ ਹੈ ਕਿ ਮੂਸੇਵਾਲੇ ਦੇ ਕਤਲ ਦੇ ਵਿੱਚ ਉਹਦੀ ਸਿੱਧੀ ਭੂਮਿਕਾ ਨਹੀਂ, ਪਰ ਉਹਨੇ ਟੀਵੀ ਤੇ ਵੇਖ ਕੇ ਉਹਨੂੰ ਪਤਾ ਲੱਗਿਆ ਕਿ ਉਹਦੀ ਹੱਤਿਆ ਹੋ ਗਈ ਹੈ ਜੀ। ਉਹ ਕਹਿੰਦਾ ਕੋਈ ਉਹ ਮੋਬਾਈਲ ਯੂਜ਼ ਨਹੀਂ ਕਰਦਾ ਜੇਲ੍ਹ ਦੇ ਵਿੱਚ, ਸ਼ੈਤਾਨ ਹੈ ਜੇਲ੍ਹ ਦੇ ਵਿੱਚ। ਮੋਬਾਈਲ ਇਹ ਕਿਵੇਂ ਹੋ ਸਕਦਾ ਕਿ ਉਹ ਯੂਜ਼ ਨਾ ਕਰਦਾ ਹੋਵੇ? ਉਹਦੇ ਤਾਂ ਢੇਰ ਲੱਗੇ ਪਏ ਆ ਮੋਬਾਈਲਾਂ ਦੇ ਜੇਲ੍ਹਾਂ ਦੇ ਵਿੱਚ ਜੀ। ਜਿੰਨੇ ਈਜ਼ੀ ਅਵੇਲੇਬਲ ਜੇਲ੍ਹਾਂ ਚ ਆਏ ਨੇ ਤਾਂ ਬਾਹਰ ਨਹੀਂ ਸੌਖੇ ਮਿਲਦੇ। ਪੰਜਾਬ ਪੁਲਿਸ ਦੇ ਮੁਤਾਬਕ ਬਲੈਰੋ ਗੱਡੀ ਜਿਹੜੀ ਆ ਉਹ ਕਈ ਵਾਰੀ ਹਰਿਆਣਾ ਦੇ ਫਤਿਆਬਾਦ ਦੇ ਵਿੱਚ ਵੇਖੀ ਗਈ ਆ ਜੀ। ਇਹਦਾ ਜਿਹੜਾ ਅਸਲ ਨੰਬਰ ਆ ਉਹ ਡਿਫਰੈਂਟ ਹੈ ਜੀ। ਔਰ ਇਹ ਪਹਿਲਾਂ ਵੀ 1-2 ਕ੍ਰਾਈਮ ਦੇ ਵਿੱਚ ਗੱਡੀ ਵਰਤੀ ਗਈ ਹੈ। ਜੇ ਕ੍ਰਾਈਮ ਦੇ ਵਿੱਚ ਗੱਡੀ ਵਰਤੀ ਗਈ ਆ ਤਾਂ ਇਟ ਮੀਨਸ ਕਿ ਇਹ ਗੈਂਗਸਟਰਾਂ ਦੇ ਵਿੱਚੋਂ ਕਿਸੇ ਦੀ ਜਿਹੜੀ ਉਹ ਹੈਗੀ ਆ। 29 ਮਈ ਨੂੰ 4 ਦਿਨ ਪਹਿਲਾਂ 25 ਮਈ ਨੂੰ ਰਤੀਆ ਚੁੰਗੀ ਤੋਂ ਇਹਨੂੰ ਜਾਂਦੇ ਵੇਖਿਆ ਗਿਆ ਸੀਗਾ। ਕਰੋਲਾ ਗੱਡੀ ਜਿਹਦੇ ਵਿੱਚ ਸ਼ੂਟਰ ਆਏ ਸੀ ਉਹਦਾ ਪਤਾ ਲੱਗ ਚੁੱਕਿਆ ਹੈ ਕਿ ਉਹ ਕਰੋਲਾ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਦੀ ਹੈ ਜੀ। ਉਹਨੇ ਬਠਿੰਡੇ ਦੇ ਵਿੱਚ ਗੈਂਗਸਟਰ ਕੁਲਵੀਰ ਨਰੂਆਣਾ ਦਾ ਮਰਡਰ ਕੀਤਾ ਸੀਗਾ। ਉਹਨੇ ਭਾਗੀ ਬਾਂਦਰ ਦੇ ਵਿੱਚ ਆਪਣੇ ਕਿਸੇ ਵਿਅਕਤੀ ਦੇ ਰਾਹੀਂ ਕਰੋਲਾ ਗੱਡੀ ਅੱਗੇ ਭਜਵਾਈ ਸੀ। ਭਾਗੀ ਬਾਂਦਰ ਦਾ ਵੀ ਪਹਿਲੇ ਦਿਨ ਤੋਂ ਜ਼ਿਕਰ ਇਹਦੇ ਵਿੱਚ ਆ ਰਿਹਾ। ਬਿਲਕੁਲ। ਇਹਦੇ ਵਿੱਚ ਗੈਂਗਸਟਰ ਸਰਾਜ ਮਿੰਟੂ ਦਾ ਨਾਮ ਵੀ ਸਾਹਮਣੇ ਆ ਰਿਹਾ ਜੀ। ਔਰ ਕਰੋਲਾ ਸ਼ੂਟਰਸ ਨੂੰ ਦੇਣ ਦੇ ਵਾਸਤੇ ਸਰਾਜ ਮਿੰਟੂ ਨੇ ਹੀ ਮੰਨੇ ਨੂੰ ਕਿਹਾ ਸੀਗਾ ਵੀ ਗੱਡੀ ਦੇ ਦੇ ਇਹਨਾਂ ਨੂੰ ਵਰਤਣ ਦੇ ਵਾਸਤੇ। ਪੁਲਿਸ ਇਹਨਾਂ ਦੋਨਾਂ ਦਾ ਪ੍ਰੋਡਕਸ਼ਨ ਵਾਰੰਟ ਲੈ ਕੇ ਉਹਨਾਂ ਤੋਂ ਵੀ ਪੁੱਛਗਿੱਛ ਜਿਹੜੀ ਉਹ ਕਰ ਸਕਦੀ ਹੈ ਜੀ। ਕਰੋਲਾ ਗੱਡੀ ਗੈਂਗਸਟਰ ਮਨਪ੍ਰੀਤ ਮੰਨਾ ਦੀ ਆ। ਇਹ ਗੈਂਗਸਟਰ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਬੰਦ ਹੈ। ਜਿਹੜੇ ਉਹ ਲੋਕੇਸ਼ਨ ਆ ਰਹੀ ਆ ਮੂਸੇ ਪਿੰਡ ਤੋਂ, ਉਹ ਫਿਰੋਜ਼ਪੁਰ ਜੇਲ੍ਹ ਦੀ ਵੀ ਲੋਕੇਸ਼ਨ ਆ ਰਹੀ ਹੈ ਫੋਨ ਦੇ ਉੱਤੇ ਜੀ। ਬਠਿੰਡਾ ਦੇ ਗੈਂਗਸਟਰ ਕੁਲਬੀਰ ਨਰੂਆਣਾ ਨੂੰ ਮੰਨਾ ਨੇ ਕਤਲ ਕੀਤਾ ਸੀਗਾ ਔਰ ਪੁਲਿਸ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਮੰਨਾ ਦੇ ਕਹਿਣ ਦੇ ਉੱਤੇ ਉੱਤਰਾਖੰਡ ਦੇ ਦੇਹਰਾਦੂਨ ਤੋਂ ਫੜੇ ਗਏ ਮਨਪ੍ਰੀਤ ਭਾਊ ਨੇ ਮੰਨੇ ਨੂੰ ਕੋਟਕਪੂਰੇ ਹਾਈਵੇ ਦੇ ਉੱਤੇ ਕਰੋਲਾ ਗੱਡੀ ਦਿੱਤੀ ਸੀ। ਮਣੀ ਮੋਗੇ ਦਾ ਰਹਿਣ ਵਾਲਾ ਜਿਹਨੂੰ ਗੱਡੀ ਦਿੱਤੀ ਗਈ। ਤਰਨਤਾਰਨ ਦੇ ਪੱਟੀ ਦਾ ਰੂਪਾ ਵੀ ਇਹਦੇ ਵਿੱਚ ਸ਼ਾਮਲ ਹੈ। ਪੁਲਿਸ ਦੀ ਸੂਈ ਹੁਣ ਇਹਨਾਂ ਦੇ ਉੱਤੇ ਘੁੰਮ ਰਹੀ ਆ। ਪੰਜਾਬ ਪੁਲਿਸ ਦੋਵਾਂ ਦੀ ਭਾਲ ਕਰ ਰਹੀ ਹੈ। ਕਰੋਲਾ ਗੱਡੀ 3 ਦਿਨ ਪਹਿਲਾਂ ਦਿੱਤੀ ਗਈ ਸੀ ਜਿਹਦੇ ਜ਼ਰੀਏ ਮੂਸੇਵਾਲੇ ਦੀ ਰੇਕੀ ਕੀਤੀ ਗਈ। ਇਹ ਦੋਨੋਂ ਕਤਲ ਦੇ ਮਾਮਲੇ ਦੇ ਵਿੱਚ ਸ਼ਾਮਲ ਸੀ। ਇਹਨਾਂ ਨੇ ਸਿਰਫ ਗੱਡੀ ਅਵੇਲੇਬਲ ਕਰਾਈ ਸੀਗੀ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੱਕ ਹੋਰ ਨਜ਼ਦੀਕੀ ਸੰਪਤ ਨਹਿਰਾ ਤੋਂ ਪੁੱਛਗਿੱਛ ਪੁਲਿਸ ਕਰ ਚੁੱਕੀ ਆ। ਸੰਪਤ ਨਹਿਰਾ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ ਜਿਹਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਲੰਬੀ ਪੁੱਛਗਿੱਛ ਜਿਹੜੀ ਉਹ ਕੀਤੀ ਗਈ ਆ। ਅਜੇ ਉਹਨੂੰ ਵਾਪਸ ਤਿਹਾੜ ਜੇਲ੍ਹ ਜਿਹੜਾ ਉਹ ਫੇਰ ਡੱਕ ਦਿੱਤਾ ਗਿਆ ਜੀ। ਜਿੰਨੇ ਗੈਂਗਸਟਰ
ਤੁਹਾਨੂੰ ਮੈਂ ਗਿਣਾਏ ਨੇ ਜੀ, ਅੱਧੀ ਦਰਜਨ ਤੋਂ ਉੱਪਰ ਹੋ ਗਏ। ਜੀ ਜੀ ਸਵਾਲ ਇਹ ਆ ਕਿ ਇਹ ਐਡਾ ਲੰਮਾ ਚੌੜਾ ਕੀ ਜਿਹੜਾ ਉਹ ਸਾਰਾ ਸੀਗਾ ਜਿਹਦੇ ਵਿੱਚ ਇੰਨੇ ਗੈਂਗਸਟਰ ਇਨਵੋਲਵ ਹੋ ਗਏ, ਜੀ ਇੱਕ ਦਾ ਦੂਜੇ ਨਾਲ, ਦੂਜੇ ਨਾਲ ਤੀਜੇ ਨਾਲ, ਤੀਜੇ ਦਾ ਚੌਥੇ ਦੇ ਨਾਲ ਜਿਹੜਾ ਜੀ ਉਹ ਕਨੈਕਸ਼ਨ ਨਿਕਲਦਾ ਤੁਰਿਆ ਆ ਰਿਹਾ ਅੱਗੇ ਤੋਂ ਅੱਗੇ। ਸਿੱਧੂ ਮੂਸੇਵਾਲਾ ਜਿਹੜਾ ਕਿ ਇੱਕ ਸਿੰਗਰ ਸੀਗਾ, ਉਹਦੇ ਇਹ ਇੰਨਾ ਮਗਰ ਕਿਉਂ ਪਏ ਸੀਗੇ ਸਾਰੇ, ਇਹ ਬੜਾ ਵੱਡਾ ਸਵਾਲ ਹੈ। ਹਾਲਾਂਕਿ ਕੁਝ ਇਸ ਤਰ੍ਹਾਂ ਦੇ ਜਵਾਬ ਹੈਗੇ ਆ ਜਿਹੜੇ ਕਿ ਆਪਣੇ ਤੱਕ ਪੱਤਰਕਾਰਾਂ ਤੱਕ ਪਹੁੰਚਦੇ ਰਹਿੰਦੇ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ, ਪਰ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਕਿਸੇ ਤਰੀਕੇ ਦੇ ਨਾਲ ਹਰਟ ਨਾ ਹੋਵੇ, ਉਸ ਇਨਵੈਸਟੀਗੇਸ਼ਨ ਦੇ ਉੱਤੇ ਕੋਈ ਅਸਰ ਨਾ ਪਵੇ। ਇਸ ਕਰਕੇ ਬਹੁਤੀਆਂ ਜਿਹੜੀਆਂ ਟਿੱਪਣੀਆਂ ਨੇ ਇਹਦੇ ਉੱਤੇ ਮੈਂ ਉਨੀ ਦੇਰ ਤੱਕ ਨਹੀਂ ਕਰਨਾ ਚਾਹੁੰਦਾ ਜਿੰਨੀ ਦੇਰ ਤੱਕ ਪੁਲਿਸ ਜਿਹੜੀ ਆ ਉਹ ਇਹਦੇ ਸੰਬੰਧੀ ਕੋਈ ਖੁਲਾਸੇ ਨਹੀਂ ਕਰ ਦਿੰਦੀ। ਇਹ ਕਿਹਾ ਜਾ ਰਿਹਾ ਕਿ ਪੁਲਿਸ ਛੇਤੀ ਇਸ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਕਰ ਸਕਦੀ ਆ, ਉਹਦਾ ਹੀ ਇੰਤਜ਼ਾਰ ਹੈ। ਵੇਖਣਾ ਹੁਣ ਇਹ ਹੋਊਗਾ ਕਿ ਜਿਹੜੀ ਦਿੱਲੀ ਦਾ ਸਪੈਸ਼ਲ ਵਿੰਗ ਹੈ ਉਹ ਨੇਪਾਲ ਦੇ ਵਿੱਚ ਜਾ ਕੇ ਉੱਥੋਂ ਕਿੰਨੀ ਉਹਨਾਂ ਨੂੰ ਸਫਲਤਾ ਮਿਲਦੀ ਹੈ। ਜੇ ਇਹ ਕਾਤਲ ਨੇਪਾਲ ਭੱਜ ਗਏ ਆ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ, ਅੱਗੋਂ ਜਿਹੜੀ ਵੱਡੀ ਸਮੱਸਿਆ ਬਣਦੀ ਹੈ ਨਾ ਉਹ ਇਹ ਬਣਦੀ ਆ ਅਕਸਰ ਕਿ ਜਿਹੜੇ ਇਹ ਕਤਲ ਕਰਨ ਵਾਲੇ ਹੁੰਦੇ ਨੇ ਇਹ ਕਿਰਾਏ ਦੇ ਕਾਤਲ ਨੇ, ਪਹਾੜੇ ਦੇ ਕਾਤਲ ਜਿਹਨਾਂ ਨੂੰ ਕਹਿੰਦੇ। ਜੀ ਜੀ ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਇਹਦਾ ਰੀਜ਼ਨ ਕੀ ਹੈ ਇਹਦੇ ਪਿੱਛੇ। ਉਹਨਾਂ ਨੂੰ ਸਿਰਫ ਇੱਕ ਟਾਸਕ ਦੇ ਦਿੱਤੀ ਜਾਂਦੀ ਹੈ ਕਿ ਇੰਨੇ ਪੈਸੇ, ਆਹ ਫੋਟੋ ਰੇਕੀ ਕਰਕੇ ਦੇ ਦਿੱਤੀ ਜਾਂਦੀ, ਇਧਰੋਂ ਦੀ ਬੰਦਾ ਜਿਹੜਾ ਉਹ ਆਊਗਾ, ਤੁਸੀਂ ਸਿਰਫ ਉਹਨੂੰ ਮਾਰਨਾ। ਇਸ ਕਰਕੇ ਅਕਸਰ ਜਿਹੜੇ ਟਾਰਗੇਟ ਕਿਲਿੰਗ ਹੈ ਉਹਦੇ ਵਿੱਚ ਪੁਲਿਸ ਨੂੰ ਸਕਸੈਸ ਘੱਟ ਮਿਲਦੀ ਹੈ ਕਿਉਂਕਿ ਪਤਾ ਹੀ ਨਹੀਂ ਉਹ ਬੰਦੇ ਕਿੱਥੋਂ ਦੇ ਨੇ, ਬਿਲਕੁਲ ਕੌਣ ਨੇ, ਕਿਵੇਂ ਨੇ। ਦੇਖੋ ਜੇ ਉਹ ਪੰਜਾਬ ਦੇ ਹੋਣ, ਜੇ ਉਹ ਹਰਿਆਣੇ ਦੇ ਹੋਣ, ਜੇ ਉਹ ਦਿੱਲੀ ਦੇ ਹੋਣ ਤੇ ਉਹ ਆਇਡੈਂਟੀਫਾਈ ਕੀਤੇ ਜਾ ਸਕਦੇ ਨੇ। ਜਿਹੜੇ ਆਇਡੈਂਟੀਫਾਈ ਹੋ ਗਏ, ਜਿਹੜੇ ਚੁੱਕ ਲਏ, ਉਹ ਕੀ ਨੇ, ਉਹਨਾਂ ਨੇ ਕਾਰ ਪ੍ਰੋਵਾਈਡ ਕੀਤੀ। ਜੇਲ੍ਹ ਚੋਂ ਪਤਾ ਲੱਗਿਆ ਕਿ ਕਾਰ ਉਹਦੀ ਆ, ਉਹ ਕਹਿੰਦਾ ਠੀਕ ਹੈ ਇਹਨੂੰ ਕਾਰ ਦੇ ਦੇ, ਕਹਿੰਦਾ ਠੀਕ ਆ ਤੂੰ ਕਾਰ ਲੈ ਆ। ਕਾਰ ਲੈ ਕੇ ਉਹਨੇ ਕਰਨਾ ਕੀ ਹੈ, ਕਾਰ ਦੇ ਫਲਾਨਾ ਬੰਦਾ ਤੈਨੂੰ ਹਾਈਵੇ ਤੇ ਮਿਲੂਗਾ, ਉਹਨੂੰ ਤੂੰ ਕਾਰ ਦੇ ਦੀ। ਜੀ ਆਈ ਥਿੰਕ ਇਹ ਇਨਫ ਨਹੀਂ ਹੋਊਗਾ ਇੱਕ ਸਟਰੋਂਗ ਕੇਸ ਦੇ ਵਾਸਤੇ ਜਿੰਨੀ ਦੇਰ ਤੱਕ ਕਾਤਲ ਨਹੀਂ ਲੱਭਦੇ ਔਰ ਕਾਤਲਾਂ ਦੇ ਵਿੱਚੋਂ ਕੁਝ ਜਾਣੇ ਫੜੇ ਨਹੀਂ ਜਾਂਦੇ, ਔਰ ਉਦੋਂ ਤੱਕ ਇਹ ਡਰ ਵੀ ਬਣਿਆ ਰਹੂਗਾ ਕਿ ਉਹ ਕਿਤੇ ਹੋਰ ਨੁਕਸਾਨ ਨਾ ਕਰਨ, ਕਿਉਂਕਿ ਜਿਹੜੇ ਗੈਂਗਸਟਰ ਨੇ ਉਹ ਲਗਾਤਾਰ ਧਮਕੀਆਂ ਦੇ ਰਹੇ ਆ। ਹਾਲਾਂਕਿ ਏਡੀਜੀਪੀ ਜਿਹੜੇ ਟਾਸਕ ਫੋਰਸ ਦੇ ਸਪੈਸ਼ਲ ਟਾਸਕ ਫੋਰਸ ਦੇ ਹੈੱਡ ਨੇ ਹਰਪ੍ਰੀਤ ਸਿੰਘ ਸਿੱਧੂ, ਉਹਨਾਂ ਨੂੰ ਸਰਕਾਰ ਨੇ ਅੱਜ ਐਡੀਸ਼ਨਲ ਚਾਰਜ ਨਾਲ ਜਿਹੜਾ ਉਹ ਜੇਲ੍ਹਾਂ ਦਾ ਦੇ ਦਿੱਤਾ। ਬਿਲਕੁਲ ਜੀ, ਸ਼ਾਇਦ ਇਹਦੇ ਪਿੱਛੇ ਪ੍ਰਮੁੱਖ ਕਾਰਨ ਇਹ ਆ ਉਹ ਇਮਾਨਦਾਰ ਤੇ ਬਹੁਤ ਸਟ੍ਰਿਕਟ ਆਫੀਸਰ ਮੰਨੇ ਜਾਂਦੇ ਆ। ਜੇ ਜੇਲ੍ਹਾਂ ਦੇ ਵਿੱਚੋਂ ਆਉਣ ਵਾਲੇ ਫੋਨ ਜਿਹੜੇ ਆ ਉਹ ਕੰਟਰੋਲ ਹੋ ਗਏ ਤੇ ਪੰਜਾਬ ਦੇ ਵਿੱਚ ਬਹੁਤ ਸਾਰਾ ਕੁਝ ਕੰਟਰੋਲ ਹੋ ਸਕਦਾ ਹੈ। ਬਿਲਕੁਲ ਠੀਕ ਤੁਸੀਂ ਦੱਸਿਆ ਪੰਨੂ ਸਾਹਿਬ ਕਿ ਇਹ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਨੇ ਇਹਨਾਂ ਨੂੰ ਫੜਨਾ ਇੰਨਾ ਸੌਖਾ ਨਹੀਂ, ਪਰ ਫਿਰ ਅਸੀਂ ਇਹ ਵੀ ਜਾਣਦੇ ਹਾਂ ਕਿ ਕਤਲ ਲੁਕਦਾ ਵੀ ਨਹੀਂ ਤੇ ਪੁਲਿਸ ਦੀ ਮੁਸਤੈਦੀ ਜਿਹੜੀ ਹੈ ਜੇਕਰ ਉਹ ਸਹੀ ਤਰੀਕੇ ਨਾਲ ਕੰਮ ਕਰੇ ਤੇ ਉਹਦੇ ਪਿੱਛੇ ਜੇਕਰ ਸਹੀ ਰਾਜਨੀਤਿਕ ਇੱਛਾ ਸ਼ਕਤੀ ਹੋਵੇ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਤੇ ਲਗਾਮ ਵੀ ਲੱਗ ਸਕਦੀ ਆ, ਫੜੀਆਂ ਵੀ ਜਾ ਸਕਦੀਆਂ, ਇਨਸਾਫ ਵੀ ਹਾਸਲ ਹੋ ਸਕਦਾ। ਜੇ ਕੁਝ ਨਹੀਂ ਹੋ ਸਕਦਾ ਤੇ ਉਹ ਜਾਨ ਦੀ ਵਾਪਸੀ ਆ। ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਸਾਰੀ ਦੁਨੀਆ ਦੇ ਵਿੱਚ ਜਾਂ ਸਾਰੀ ਬ੍ਰਹਿਮੰਡ ਦੇ ਵਿੱਚ ਹੀ ਜਿਹੜਾ ਕ੍ਰਾਈਮ ਆ ਇਹਨੂੰ ਕਦੇ ਵੀ ਬੰਦ ਨਹੀਂ ਕੀਤਾ ਜਾ ਸਕਦਾ। ਹਾਂ, ਥੋੜ੍ਹੀ ਬਹੁਤ ਮੁਸਤੈਦੀ ਜਾਂ ਥੋੜ੍ਹੀ ਜਿਹੀ ਜਿਹੜੀ ਆ ਉਹ ਕਮੀ ਜ਼ਰੂਰ ਹੋ ਸਕਦੀ ਆ। ਬਾਕੀ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਕੋਈ ਫਰੀਦਕੋਟ ਤੋਂ, ਕੋਈ ਫਿਰੋਜ਼ਪੁਰ ਤੋਂ, ਕੋਈ ਨੇਪਾਲ ਤੋਂ, ਕੋਈ ਕਿਸੇ ਪਿੰਡ ਤੋਂ, ਕੋਈ ਦਿੱਲੀ ਤੋਂ, ਕੋਈ ਹਰਿਆਣੇ ਤੋਂ, ਇਹ ਜਿਸ ਤਰੀਕੇ ਦੇ ਨਾਲ ਕੜੀਆਂ ਜੁੜੀਆਂ ਹੋਈਆਂ ਨੇ, ਇਹਨਾਂ ਗੈਂਗਸਟਰਸ ਨੇ ਸਿਆਸਤਦਾਨਾਂ ਨਾਲੋਂ ਚੰਗਾ ਡੀਸੈਂਟਰਲਾਈਜੇਸ਼ਨ ਆਫ ਪਾਵਰਸ ਦਾ ਇਸਤੇਮਾਲ ਕੀਤਾ ਹੋਇਆ ਕਿ ਡਿਊਟੀਆਂ ਵੰਡੀਆਂ ਹੋਈਆਂ ਨੇ, ਕਿੰਨਾ ਕੰਮ ਕਿਹਨੇ ਕਰਨਾ ਹੈ, ਕਿੰਨਾ ਕੰਮ ਕਿਹਨੇ ਕਰਨਾ ਹੈ। ਪੁਲਿਸ ਵੀ ਆਪਣੇ ਕੰਮ ਵਿੱਚ ਮਾਹਰ ਹੈ, ਪਰ ਮਸਲਾ ਹਾਲੇ ਤੱਕ ਗੰਭੀਰ ਹੀ ਬਣਿਆ ਹੋਇਆ। ਜਦ ਤੱਕ ਮਸਲੇ ਦਾ ਕੋਈ ਹੱਲ ਨਹੀਂ ਲੱਭਦਾ, ਕੋਈ ਸਿਰਾ ਫੜਿਆ ਨਹੀਂ ਜਾ ਸਕਦਾ। ਇੱਕ ਬ੍ਰੇਕ ਤੋਂ ਬਾਅਦ ਫਿਰ ਕਰਦੇ ਹਾਂ ਜੀ ਅਗਲੀ ਗੱਲ। ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਸੱਚੀਆਂ ਤੇ ਖਰੀਆਂ ਪੰਨੂ ਦੀਆਂ ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ। ਪੰਨੂ ਸਾਹਿਬ, ਭਾਰਤ ਆਜ਼ਾਦ ਹੋਇਆ ਤੇ ਮਹਾਤਮਾ ਗਾਂਧੀ ਨੇ ਇਹ ਇੱਛਾ ਜ਼ਾਹਰ ਕੀਤੀ ਕਿ ਕਾਂਗਰਸ ਜਿਹੜੀ ਆ ਉਹਨੂੰ ਖਤਮ ਕਰ ਦਿੱਤਾ ਜਾਣਾ ਚਾਹੀਦਾ, ਇਹਦੀ ਹੁਣ ਕੋਈ ਰੈਲੇਵੈਂਸ ਨਹੀਂ ਰਹੀ। ਉਹਨਾਂ ਦੀ ਕੀ ਸੋਚ ਸੀ, ਕੀ ਉਹਦੇ ਬਾਰੇ ਜਾਣਦੇ ਸੀ? ਜਦੋਂ ਅਸੀਂ ਸੰਵਿਧਾਨ ਨੂੰ ਵਾਚਦੇ ਹਾਂ ਜਾਂ ਦੇਖਦੇ ਹਾਂ ਲੋਕ ਸਭਾ ਰਾਜ ਸਭਾ, ਉਹ ਹੀ ਸੋਚਦੇ ਸੀ ਕਿ ਹਰ ਇੱਕ
ਖਿੱਤੇ ਤੋਂ ਬੰਦਾ ਚੁਣ ਕੇ ਆਵੇ ਤੇ ਇੱਥੇ ਸਾਂਝੀ ਬੈਠ ਕੇ ਗੱਲਬਾਤ ਹੋ ਜਾਏ। ਪਾਰਟੀ ਸਿਸਟਮ ਨੂੰ ਉਹ ਸ਼ਾਇਦ ਬਹੁਤਾ ਪਸੰਦ ਨਹੀਂ ਸੀ ਕਰਦੇ। ਉਹਨਾਂ ਦੀ ਗੱਲ ਕਿਸੇ ਨੇ ਨਹੀਂ ਸੁਣੀ। 47 ਤੋਂ ਤੁਰੇ, 50 ਤੋਂ ਬਾਅਦ ਚੋਣਾਂ ਹੋਈਆਂ ਤੇ 75 76 ਸਾਲ ਜਾਂ ਕਿੰਨੇ ਵੀ ਅਸੀਂ ਗਿਣ ਲਈਏ, ਕਾਂਗਰਸ ਦੇ ਹਾਲਾਤ ਜਿਹੜੇ ਨੇ ਉਹ ਬਹੁਤ ਥੱਲੇ ਵੱਲ ਨੂੰ ਹੀ ਜਾਈ ਜਾ ਰਹੇ ਨੇ, ਨਿਮਾਣ ਵੱਲ ਨੂੰ ਜਾਈ ਜਾ ਰਹੇ ਨੇ। ਨੰਬਰ ਆਫ MPs, MLAs, ਰਾਜ ਸਭਾ ਮੈਂਬਰ, ਲੋਕ ਸਭਾ ਮੈਂਬਰ ਘਟਦੇ ਹੀ ਜਾ ਰਹੇ ਨੇ। ਪੰਜਾਬ ਦੇ ਵਿੱਚ ਕੁਝ ਪਾਵਰ ਬਚੀ ਹੋਈ ਸੀ, ਪੰਜਾਬ ਦੇ ਵਿੱਚ ਵੀ ਹੁਣ ਹਾਲਾਤ ਜਿਹੜੇ ਨੇ ਉਹ ਹੋਰ ਤਰੀਕੇ ਨਾਲ ਸਾਹਮਣੇ ਆਉਂਦੇ ਨੇ। ਇਲੈਕਸ਼ਨ ਹੋਣ ਤੋਂ ਬਾਵਜੂਦ ਵੀ ਜਿਹੜੇ ਲੀਡਰਾਂ ਦੀ ਪਲਾਇਨ ਆ, ਜਿਹੜਾ ਇੱਕ ਪਾਰਟੀ ਤੋਂ ਦੂਜੀ ਪਾਰਟੀ ਵੱਲ ਜਾਣਾ ਆ, ਉਹ ਇੱਕ ਨਵਾਂ ਰੁਝਾਨ ਦੇ ਰਿਹਾ। ਆਮ ਤੌਰ 'ਤੇ ਚੋਣਾਂ ਤੋਂ ਪਹਿਲਾਂ ਇਹ ਜਿਹੜੀਆਂ ਟਪੂਸੀਆਂ ਤੁਸੀਂ ਕਹਿੰਦੇ ਹੁੰਦੇ ਆ ਕਈ ਵਾਰ ਕਿ ਵੱਜਦੀਆਂ ਸੀ, ਹੁਣ ਤੇ ਇਲੈਕਸ਼ਨ ਤੋਂ ਬਾਅਦ ਵੀ ਵੱਜ ਰਹੀਆਂ। ਜੇ ਸਾਰੇ ਭਾਰਤ ਦੀ ਨਾ ਵੀ ਗੱਲ ਕਰੀਏ ਤੇ ਪੰਜਾਬ ਕਾਂਗਰਸ 'ਚ ਹੁਣ ਹੋਰ ਕੀ ਨਵਾਂ ਹੋ ਰਿਹਾ ਜੀ? ਨਹੀਂ, ਪੂਰੇ ਭਾਰਤ ਦੇ ਵਿੱਚ ਹੀ ਵੱਜ ਰਹੀਆਂ ਨੇ। ਕੱਲ ਹੀ ਅਜੇ ਹਾਰਦਿਕ ਪਟੇਲ ਮਹੂਰਤ ਕਢਾ ਕੇ ਔਨ ਟਾਈਮ ਭਾਜਪਾ ਜੁਆਇਨ ਕਰ ਗਿਆ ਗੁਜਰਾਤ ਦੇ ਵਿੱਚ ਜੀ। ਹਾਰਦਿਕ ਪਟੇਲ ਉੱਥੋਂ ਦੇ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਸੀ ਜੀ, ਬਿਲਕੁਲ। ਜਿਵੇਂ ਕਾਰਜਕਾਰੀ ਆਪਣੇ ਜਥੇਦਾਰ ਨੇ ਹਰਪ੍ਰੀਤ ਸਿੰਘ ਹੋਰੀ, ਉਹਨਾਂ ਨੂੰ ਪੱਕਿਆ ਨਹੀਂ ਕੀਤਾ ਗਿਆ, ਉਵੇਂ ਉਹਨੂੰ ਵੀ ਪੱਕਿਆ ਨਹੀਂ ਸੀ ਕੀਤਾ ਗਿਆ। ਪਤਾ ਨਹੀਂ ਕਿਉਂ ਨਹੀਂ ਪੱਕਿਆ ਉਹਨੂੰ ਕੀਤਾ ਗਿਆ ਸੀਗਾ। ਸੋਨੀਆ ਗਾਂਧੀ ਵੀ ਕਾਰਜਕਾਰੀ ਪ੍ਰਧਾਨ ਹੀ ਨੇ ਕਾਂਗਰਸ ਦੇ। ਹਾਂ, ਉਹ ਵੀ ਕਾਰਜਕਾਰੀ ਨੇ। ਹਾਂ, ਇਹ ਤੁਹਾਡੀ ਗੱਲ ਠੀਕ ਹੈ। ਪੱਕਾ ਪ੍ਰਧਾਨ ਮਿਲਦਾ ਹੀ ਨਹੀਂ, ਮੈਨੂੰ ਲੱਗਦਾ ਉਹਨਾਂ ਨੂੰ ਮਿਲਦਾ ਲੱਗਦਾ ਹੀ ਨਹੀਂ। ਦੇਖਿਆ ਜਾਵੇ ਤਾਂ ਇੱਕ ਪਾਸੇ ਕਾਂਗਰਸ ਹਾਈ ਕਮਾਂਡ ਇੱਕ ਨਵੀਂ ਮੁਸ਼ਕਲ 'ਚ ਫਸ ਰਹੀ ਆ, ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਵਾਲੇ ਮਾਮਲੇ ਦੇ ਵਿੱਚ ਉਹਨਾਂ ਨੂੰ ਸੰਮਨ ਕੀਤਾ ਜੀ, ਰਾਹੁਲ ਗਾਂਧੀ ਨੂੰ ਤੇ ਸੋਨੀਆ ਗਾਂਧੀ ਨੂੰ ਜੀ। ਰਾਹੁਲ ਗਾਂਧੀ ਨੇ ਪੇਸ਼ ਹੋਣਾ ਸੀਗਾ ਵੈਸੇ ਕੱਲ, ਪਰ ਉਹ ਇਹ ਕਿਹਾ ਗਿਆ ਕਿ ਆਊਟ ਆਫ ਕੰਟਰੀ ਆ, ਇਸ ਕਰਕੇ ਆਣ ਕੇ ਪੇਸ਼ ਹੋਊਗਾ। ਤੇ ਸੋਨੀਆ ਗਾਂਧੀ ਹੋਰਾਂ ਨੂੰ 8 ਤਰੀਕ ਨੂੰ ਪੇਸ਼ ਹੋਣ ਦੇ ਵਾਸਤੇ ਕਿਹਾ ਗਿਆ। ਉਹ ਕਰੋਨਾ ਪੋਜ਼ਿਟਿਵ ਨੇ ਇਹਨਾਂ ਦਿਨਾਂ ਦੇ ਵਿੱਚ। ਚਲੋ ਕੋਈ ਚੀਜ਼ ਤਾਂ ਪੋਜ਼ਿਟਿਵ ਹੋਈ ਕਾਂਗਰਸ ਦੇ ਵਾਸਤੇ, ਨਹੀਂ ਤਾਂ ਨੈਗੇਟਿਵ ਹੀ ਚੱਲੀ ਜਾਂਦਾ। ਔਰ ਜਿਹੜੀ ਰਾਜਸਥਾਨ ਦੇ ਵਿੱਚ ਇਸ ਵੇਲੇ ਹਰਿਆਣੇ ਦੇ ਵਿਧਾਨਕਾਰ ਜਿਹੜੇ ਨੇ ਨਾ, ਉਹਨਾਂ ਨੂੰ ਢੋਇਆ ਹੋਇਆ ਬੱਸਾਂ ਦੇ ਰਾਹੀਂ, ਕਿਉਂਕਿ ਕਾਂਗਰਸ ਨੂੰ ਇਹ ਲੱਗਦਾ ਕਿ ਉਹਦੀ ਜਿਹੜੀ ਇੱਕ ਸੀਟ ਆਉਣੀ ਹੈ ਹਰਿਆਣੇ 'ਚੋਂ, ਇਹ ਕ੍ਰਾਸ ਵੋਟਿੰਗ ਦੇ ਨਾਲ ਕਿਤੇ ਆਜ਼ਾਦ ਉਮੀਦਵਾਰ ਨੂੰ ਨਾ ਚਲੀ ਜਾਵੇ। ਭਾਰਤੀ ਜਨਤਾ ਪਾਰਟੀ ਚੁੱਪ ਕਰਕੇ ਬੈਠੀ ਆ ਤੇ ਕਾਂਗਰਸ ਵਾਲੇ ਭੱਜੇ ਫਿਰਦੇ ਬੱਸਾਂ 'ਚ ਲੱਦਦੇ। 45 ਡਿਗਰੀ ਤਾਪਮਾਨ 'ਚ ਕੋਈ ਇੱਧਰ ਨੂੰ ਨਿਕਲ ਜਾਂਦਾ, ਕੋਈ ਇੱਧਰ ਨੂੰ। ਇੱਕ ਨਹੀਂ ਆਇਆ ਓਏ, ਦੋ ਨਹੀਂ ਆਏ ਓਏ, ਰੌਲਾ ਪੈਣ ਡਿਆ। ਇੱਥੇ ਪੰਜਾਬ ਦੇ ਵਿੱਚ ਜਿਹੜੇ ਆ, ਪੰਜਾਬ ਦੇ ਵਿੱਚ ਤੁਸੀਂ, ਤੁਹਾਡੀ ਗੱਲ ਠੀਕ ਆ, ਚੋਣਾਂ ਤੋਂ ਪਹਿਲਾਂ ਬੜਾ ਕੁਝ ਹੁੰਦਾ ਸੀਗਾ, ਪਰ ਕਾਂਗਰਸ ਨੇ ਗਲਤੀਆਂ ਤੇ ਗਲਤੀਆਂ ਕੀਤੀਆਂ ਜੀ। ਕੈਪਟਨ ਅਮਰਿੰਦਰ ਸਿੰਘ ਹੋਰੀ ਜਦੋਂ ਸੀਸਵਾਂ ਦੇ ਅੰਦਰ ਵੜ ਗਏ ਤੇ ਕਾਂਗਰਸ ਨੇ ਉਨੀ ਦੇਰ ਤੱਕ ਉਹਨਾਂ ਨੂੰ ਕੱਢਣ ਦਾ ਯਤਨ ਨਹੀਂ ਕੀਤਾ ਜਦੋਂ ਤੱਕ ਕਾਂਗਰਸ ਨੂੰ ਇਹ ਯਕੀਨ ਨਹੀਂ ਹੋ ਗਿਆ ਕਿ ਪੰਜਾਬ ਦੇ ਵਿੱਚ ਹੁਣ ਕਾਂਗਰਸ ਨਹੀਂ ਜਿੱਤ ਸਕਦੀ ਜੀ। ਉਹ ਇੰਨੇ ਲੇਟ ਹੋ ਗਏ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਸਤਿਆਨਾਸ਼ ਉਦੋਂ ਤੱਕ ਕਰ ਗਏ। ਰਹਿੰਦਾ ਖੁੰਦਾ ਆਪਣੇ ਹੱਥਾਂ ਦੇ ਨਾਲ ਕਰ ਲਿਆ। ਜੋ ਜਲੂਸ ਮੁੱਖ ਮੰਤਰੀ ਬਣਾਉਣ ਦੇ ਵੇਲੇ ਕਾਂਗਰਸ ਨੇ ਆਪਣਾ ਕੱਢ ਲਿਆ ਜੀ, ਉਹਨੇ ਜਿੰਨਾ ਨੁਕਸਾਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ, ਉਹਨਾਂ ਨੇ ਆਪ ਹੀ ਆਪਣਾ ਕਰ ਲਿਆ, ਬਰਾਬਰ ਦਾ ਉਹਦੇ ਕਰ ਲਿਆ। ਸੁਨੀਲ ਜਾਖੜ ਹੋਰੀ ਵਿਟਰ ਗਏ, ਸੁਖਜਿੰਦਰ ਸਿੰਘ ਰੰਧਾਵਾ ਵਿਟਰ ਗਏ, ਕੈਪਟਨ ਅਮਰਿੰਦਰ ਸਿੰਘ ਹੋਰੀ ਤਾਂ ਛੱਡ ਹੀ ਗਏ ਸੀ, ਤੇ ਸਭ ਤੋਂ ਵੱਡੇ ਨਵਜੋਤ ਸਿੰਘ ਸਿੱਧੂ ਵਿਟਰ ਗਏ। ਬਿਲਕੁਲ। ਔਰ ਫਿਰ ਚਰਨਜੀਤ ਚੰਨੀ ਹੋਰੀ ਬਣ ਗਏ ਤੇ ਉਹ ਕਹਿੰਦੇ ਜੀ ਵੀ ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਉਹ ਬੱਕਰੀਆਂ ਬੁਕਰੀਆਂ ਚੋ ਕੇ ਉਹਨਾਂ ਨੇ ਸੋਚਿਆ ਕਿ ਸ਼ਾਇਦ ਇਦਾਂ ਹੀ ਮੈਂ ਜਿੱਤ ਜਾਣਾ। 2 ਜਗ੍ਹਾ ਤੋਂ ਖੜੇ ਕੀਤੇ, ਕਾਂਗਰਸ ਨੇ ਦੋਨੋਂ ਸੀਟਾਂ ਹਾਰ ਗਏ ਜੀ। ਇੱਕ ਤਾਂ ਨਵੇਂ ਜਿਹੜੇ ਮੁੰਡੇ ਤੋਂ ਹੀ ਹਾਰ ਗਏ, ਭਦੌੜ ਵਾਲੀ ਸੀਟ, ਜਿਹੜਾ ਜਿਹਨੂੰ ਇਹ ਕਹਿੰਦੇ ਸੀ ਵੀ ਕੱਲ ਦਾ ਜਵਾਕ ਹੈ, ਉਹ ਤੇਜ਼ ਤਰਾਰ ਨਿਕਲਿਆ, ਹਵਾ ਸੀ ਪਾਰਟੀ ਦੀ, ਉਹ ਹਾਰ ਗਏ ਜੀ। ਉਦੋਂ ਬਾਅਦ ਫਿਰ ਜਿਹੜੀ ਕਾਂਗਰਸ ਆ, ਉਹਦੇ ਮਾੜੇ ਦਿਨ ਖਤਮ ਨਹੀਂ ਹੋਏ, ਲਗਾਤਾਰ ਜਿਹੜੇ ਉਹ ਜਾਰੀ ਰਹੇ ਮਾੜੇ ਦਿਨ। ਔਰ ਕਦੀ ਕੋਈ ਛੱਡ ਗਿਆ, ਜਿਵੇਂ ਸੁਨੀਲ ਜਾਖੜ ਹੋਰੀ ਛੱਡ ਗਏ ਪਿੱਛੇ ਜੇ। ਹੁਣ ਇਹ ਚੱਲੀ ਜਾਂਦਾ ਕਿ ਜਿਹੜੇ 30 ਸਾਲ ਸਰਕਾਰੀ ਕੋਠੀ ਦੇ ਵਿੱਚ ਰਹੇ, 30 ਸਾਲਾਂ ਬਾਅਦ ਉਹਨਾਂ ਨੇ ਸਰਕਾਰੀ ਕੋਠੀ ਬੜੇ ਭਰੇ ਹੋਏ ਮਨ ਦੇ ਨਾਲ ਛੱਡੀ। ਰਜਿੰਦਰ ਕੌਰ ਭੱਠਲ, ਉਹਨਾਂ ਦਾ ਚੱਲੀ ਜਾਂਦਾ ਕਿ ਉਹਨਾਂ ਦੀ ਤਿਆਰੀ ਆ ਭਗਵਾਂ ਪਾਰਟੀ ਜਾਣ ਦੀ, ਭਾਵ ਕਿ ਭਾਰਤੀ ਜਨਤਾ ਪਾਰਟੀ ਜਾਣ ਦੀ। ਉਥੋਂ ਇਹ ਕਿਹਾ ਜਾਂਦਾ ਕਿ ਜਿਹੜੀ ਭਾਜਪਾ ਹੈ ਉਹ ਸੰਗਰੂਰ ਤੋਂ ਚੋਣ ਉਹਨਾਂ ਨੂੰ ਲੜਾ ਸਕਦੀ ਹੈ। ਅਜਿਹੀਆਂ ਗੱਲਾਂ ਚੱਲੀ ਜਾਂਦੀਆਂ ਨੇ ਜੀ। ਜੇ ਕਿਸੇ ਨੇ ਰਾਜ ਸਭਾ ਲੈਣੀ ਆ ਭਾਜਪਾ 'ਚ, ਤਾਂ ਪਹਿਲਾਂ ਲੋਕ ਸਭਾ ਹਾਰੀ ਹੋਈ ਹੋਣੀ ਚਾਹੀਦੀ ਹੈ ਜੀ। ਸ਼ਾਇਦ ਸੰਗਰੂਰ ਹਾਰਨ ਦੇ ਵਾਸਤੇ ਉਹਨਾਂ ਨੂੰ ਦਿੱਤੀ ਜਾ ਰਹੀ ਆ ਕਿ ਹਾਰ ਲਓ ਪਹਿਲਾਂ, ਫਿਰ ਬਾਅਦ ਦੇ ਵਿੱਚ ਰਾਜ ਸਭਾ ਤੁਹਾਨੂੰ ਦੇ ਦਾਂਗੇ। ਕਿਉਂਕਿ ਰਾਜ ਸਭਾ ਉਂਝ ਵੀ ਦੇਖਿਆ ਜਾਵੇ
ਤਾਂ ਰਵਾਇਤੀ ਪਾਰਟੀਆਂ ਨੇ ਹਾਰ ਸਭਾ ਬਣਾਤੀ ਹੈ। ਜੀ ਜਿਹੜਾ ਕੋਈ ਕਿਸੇ ਚੋਣ 'ਚ ਹਾਰ ਜਾਂਦਾ ਉਹਨੂੰ ਚੁੱਕ ਕੇ ਰਾਜ ਸਭਾ ਦੇ ਵਿੱਚੋਂ ਲੈ ਆਉਂਦੇ ਨੇ। ਦੋ ਨਾਮ ਹੋਰ ਬੋਲੀ ਜਾਂਦੇ ਨੇ ਇਸ ਵੇਲੇ। ਜੀ ਇਹਦੇ ਵਿੱਚ ਇੱਕ ਤਾਂ ਰਾਜਕੁਮਾਰ ਵੇਰਕਾ ਨੇ ਤੇ ਦੂਜੇ ਸਿਕਿਉਰਿਟੀ ਕਰਦੇ ਫਿਰਦੇ ਓਪੀ ਸੋਨੀ ਨੇ। ਜੀ ਇਹਨਾਂ ਦੋਵਾਂ ਦਾ ਵੀ ਚਰਚਾ ਚੱਲ ਰਿਹਾ ਕਿ ਇਹਨਾਂ ਦਾ ਵੀ ਅੱਖ ਮਟੱਕਾ ਭਾਰਤੀ ਜਨਤਾ ਪਾਰਟੀ ਦੇ ਨਾਲ ਚੱਲੀ ਜਾਂਦਾ। ਇਹ ਵੀ ਉਸੇ ਤਰੀਕੇ ਨਾਲ ਅੱਖ ਮਾਰ ਆਏ ਨੇ ਉਧਰ, ਜਿਵੇਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਆਖਿਆ ਸੀਗਾ ਵੀ ਮੈਂ ਲਾਉਣਾ ਨਾਰਾ ਤੇ ਤੁਸੀਂ ਆ ਅੱਖ ਦੱਬ ਦਿਓ, ਮੈਨੂੰ ਪਤਾ ਲੱਗ ਜੂਗਾ, ਕਿਉਂਕਿ ਬੋਲਣ ਦੀ ਲੋੜ ਨਹੀਂ। ਬੋਲ ਨਹੀਂ ਇਹ ਰਹੇ, ਅੱਖ ਦੱਬਿਆਏ ਨੇ ਉਧਰ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ। ਓਮ ਪ੍ਰਕਾਸ਼ ਸੋਨੀ ਨੇ ਤਾਂ ਇਹ ਗੱਲ ਕਹੀ ਹੈ ਕਿ ਮੈਂ ਕਾਂਗਰਸ ਛੱਡ ਕੇ ਨਹੀਂ ਜਾ ਰਿਹਾ। ਜਦੋਂ ਕੋਈ ਇਦਾਂ ਦਾ ਸਪਸ਼ਟੀਕਰਨ ਦਿੰਦਾ ਨਾ ਕਿ ਮੈਂ ਆ ਨਹੀਂ ਕਰ ਰਿਹਾ, ਇਹਦਾ ਮਤਲਬ ਇਹ ਹੁੰਦਾ ਵੀ ਇਹ ਕਰ ਰਿਹਾ। ਜੀ ਜੇ ਉਹ ਕਹੇ ਕਿ ਮੈਂ ਇਹ ਕਰ ਰਿਹਾ ਤੇ ਉਹਦਾ ਮਤਲਬ ਸਿਆਸੀ ਤੌਰ ਤੇ ਲਿਆ ਜਾਣਾ ਚਾਹੀਦਾ ਵੀ ਇਹ ਕੁਝ ਨਹੀਂ ਕਰੂਗਾ। ਔਰ ਪੰਜਾਬ ਦੇ ਵਿੱਚ ਜੇ ਇਹ ਹੁੰਦਾ ਤੇ ਸੁਨੀਲ ਜਾਖੜ ਤੋਂ ਬਾਅਦ ਇਹ ਦੂਜਾ ਝਟਕਾ ਹੋਊਗਾ। ਜੀ ਓਮ ਪ੍ਰਕਾਸ਼ ਸੋਨੀ ਤੇ ਸਾਬਕਾ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਕਿਸੇ ਵੇਲੇ ਵੀ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਸਕਦੇ ਆ। ਜੀ ਇਹ ਕਾਂਗਰਸ ਨੂੰ ਅੰਮ੍ਰਿਤਸਰ ਸ਼ਹਿਰੀ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਊਗਾ। ਜੀ ਕਿਉਂਕਿ ਇੱਕ ਤਾਂ ਓਮ ਪ੍ਰਕਾਸ਼ ਸੋਨੀ ਉਹਨਾਂ ਦਾ ਹਿੰਦੂ ਫੇਸ ਨੇ, ਸੁਨੀਲ ਜਾਖੜ ਪਹਿਲਾਂ ਇੱਕ ਵੱਡਾ ਹਿੰਦੂ ਫੇਸ ਭਾਰਤੀ ਜਨਤਾ ਪਾਰਟੀ ਚਲੇ ਗਿਆ, ਓਪੀ ਸੋਨੀ ਜਾ ਸਕਦੇ ਆ, ਰਾਜਕੁਮਾਰ ਵੇਰਕਾ ਦਲਿਤ ਨੇਤਾ ਨੇ। ਹਾਲਾਂਕਿ ਜਿਹੜੀਆਂ ਪਿਛਲੀਆਂ ਚੋਣਾਂ ਸੀਗੀਆਂ ਵਿਧਾਨ ਸਭਾ ਦੀਆਂ ਹੋ ਕੇ ਹਟੀਆਂ, ਉਹਦੇ ਵਿੱਚ ਨਾ ਕੋਈ ਜਿਹੜੀ ਕਲੇਮ ਕਰਦੀ ਸੀ ਪਾਰਟੀ ਅਸੀਂ ਸਿੱਖਾਂ ਦੀ ਪਾਰਟੀ ਆ, ਨਾ ਉਹਨਾਂ ਨੂੰ ਵੋਟਾਂ ਪਈਆਂ। ਇੱਕ ਪਾਰਟੀ ਕਲੇਮ ਕਰਦੀ ਸੀ ਅਸੀਂ ਹਿੰਦੂ ਭਾਈਚਾਰੇ ਦੀ ਪਾਰਟੀਆਂ, ਨਾ ਉਹਨੂੰ ਪਈਆਂ। ਇੱਕ ਪਾਰਟੀ ਕਲੇਮ ਕਰਦੀ ਸੀ ਅਸੀਂ ਦਲਿਤ ਭਾਈਚਾਰੇ ਦੇ ਪਾਰਟੀਆਂ, ਨਾ ਉਹਨਾਂ ਨੂੰ ਪਈਆਂ। ਲੋਕਾਂ ਨੇ ਕੰਮ ਹੀ ਨਿਬੇੜਤਾ ਸਾਰਿਆਂ ਨੂੰ ਜਿਹੜਾ ਉਹ ਚੁੱਕਤਾ। ਪਰ ਫਿਰ ਵੀ ਰਾਜਕੁਮਾਰ ਵੇਰਕਾ ਦਲਿਤ ਨੇਤਾ ਮੰਨੇ ਜਾਂਦੇ ਆ। ਜੇ ਦੋਨੋਂ ਕਾਂਗਰਸ ਚਲੇ ਜਾਂਦੇ ਆ ਤੇ ਲਗਭਗ ਅੰਮ੍ਰਿਤਸਰ ਤਾਂ ਕਾਂਗਰਸ ਰਹਿਤ ਹੋ ਜਾਊਗਾ ਜੀ, ਕਿਉਂਕਿ ਨਵਜੋਤ ਸਿੰਘ ਸਿੱਧੂ ਜੇਲ੍ਹ ਚਲੇ ਗਏ ਜੀ ਤੇ ਇਹ ਭਾਜਪਾ ਦੇ ਵਿੱਚ ਚਲੇ ਜਾਣਗੇ। ਉੱਥੇ ਤਾਂ ਲਗਭਗ ਸਾਰਾ ਕੁਝ ਹੀ ਖਾਲੀ ਹੋ ਜਾਣਾ ਜੀ। ਓਮ ਪ੍ਰਕਾਸ਼ ਸੋਨੀ ਤੇ ਰਾਜਕੁਮਾਰ ਵੇਰਕਾ 22 ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਕੋਈ ਵਿਧਾਨ ਸਭਾ ਚੋਣ ਨਹੀਂ ਸੀ ਹਰੀ। ਰਾਜਕੁਮਾਰ ਵੇਰਕਾ 3 ਵਾਰੀ ਵਿਧਾਇਕ ਰਹਿ ਚੁੱਕੇ ਆ। ਇਹਦੇ ਬਾਵਜੂਦ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ। ਪੰਜਾਬ ਦੇ ਵਿੱਚ ਹਾਰ ਦੇ ਮੰਥਨ ਦੇ ਉੱਤੇ ਇਹਨਾਂ ਦੋਵਾਂ ਨੇਤਾਵਾਂ ਨੂੰ ਪੂਰੇ ਤਰੀਕੇ ਦੇ ਨਾਲ ਅਣਦੇਖਿਆ ਕੀਤਾ ਗਿਆ। ਪਾਰਟੀ ਦੀ ਪਾਵਰ ਸੀਮਤ ਜੇ ਹੱਥਾਂ ਦੇ ਵਿੱਚ ਚਲੇਗੀ, ਕਿਉਂਕਿ ਰਾਜਾ ਵੜਿੰਗ ਹੋਰਾਂ ਦਾ ਆਪਣਾ ਸਟਾਈਲ ਹੈ, ਉਹ ਕਿਸੇ ਨੂੰ ਨੇੜੇ ਆਉਣ ਨਹੀਂ ਦਿੰਦੇ। ਮੈਨੂੰ ਲੱਗਦਾ ਹੈ ਕਿ ਜਿਹੋ ਜਿਹੇ ਹਾਲਾਤ ਕਾਂਗਰਸ ਦੇ ਬਣੇ ਆ, ਰਾਜਾ ਵੜਿੰਗ ਹੋਰਾਂ ਦੇ ਚਾਰ ਚਫੇਰੇ ਜਿਹੜੇ ਜਿੰਨੇ ਕੁ ਟੱਪਦੇ ਫਿਰਦੇ ਨੇ ਉਨੇ ਕੁ ਰਹਿ ਜਾਣੇ ਨੇ। ਅੱਜ ਜੇ ਤੁਸੀਂ ਕੁਲਬੀਰ ਜ਼ੀਰਾ ਦੀ ਉਹ ਬਹਿਸ ਦੇਖੀ ਹੋਵੇ ਪੁਲਿਸ ਦੇ ਨਾਲ ਜਿਹੜੀ ਕਰ ਰਹੇ ਆ ਜੀ, ਉਹਨੂੰ ਵੇਖ ਕੇ ਤਾਂ ਇਹ ਕਿਹਾ ਜਾ ਸਕਦਾ ਨਾ ਵੀ ਰੱਸੀ ਸੜ ਗਈ ਵਲ ਨਹੀਂ ਗਿਆ ਜੀ, ਉਹ ਅਜੇ ਵੀ ਦਬਕੇ ਮਾਰ ਰਹੇ ਆ। ਇਹ ਭੁੱਲ ਕੇ ਕਿ ਉਹ ਵਿਧਾਇਕ ਨਹੀਂ ਹੈਗੇ ਇਸ ਵੇਲੇ ਕੁਲਬੀਰ ਜ਼ੀਰਾ। ਔਰ ਜੋ ਟਪੂਸੀਆਂ ਉਹਨਾਂ ਨੇ ਦਾਖੇ ਦੇ ਵਿੱਚ ਮਾਰੀਆਂ ਸੀਗੀਆਂ ਜਦੋਂ ਬਾਈ ਇਲੈਕਸ਼ਨ ਸੀ, ਉਹ ਵੀ ਕਿਸੇ ਨੂੰ ਨਹੀਂ ਭੁੱਲੀਆਂ। ਸੀਟ ਉਹ ਵੀ ਹਰਾਤੀ ਸੀ। ਤੇ ਮੇਰਾ ਖਿਆਲ ਜਿਸ ਤਰੀਕੇ ਦੇ ਨਾਲ ਲੱਗੇ ਹੋਏ ਆ, ਇਹਨਾਂ ਨੇ ਕਾਂਗਰਸ 'ਚ ਕੋਈ ਰਹਿਣ ਨਹੀਂ ਦੇਣਾ ਤੇ ਇਹਨਾਂ ਨੂੰ ਕਿਸੇ ਨੇ ਪੁੱਛਣਾ ਨਹੀਂ। ਇਹ ਕਿਹਾ ਜਾ ਰਿਹਾ ਕਿ ਦੋਨਾਂ ਦੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਨਾਲ ਗੱਲਬਾਤ ਚੱਲ ਰਹੀ ਆ। ਔਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਦੀ ਜੁਆਇਨਿੰਗ ਦੇ ਵਾਸਤੇ ਆਉਂਦੇ ਦਿਨਾਂ ਦੇ ਦੌਰਾਨ ਕੋਈ ਚੰਗੀ ਤਰੀਕ ਵੇਖੀ ਜਾ ਸਕਦੀ ਆ। ਜਿਵੇਂ ਹਾਰਦਿਕ ਪਟੇਲ ਜਿਹੜਾ ਗਿਆ, ਉਹਨੇ ਤਰੀਕ ਤੇ ਮਹੂਰਤ ਕਢਾਇਆ ਵੀ ਇੰਨੇ ਵੱਜ ਕੇ ਇੰਨੇ ਮਿੰਟ ਤੇ ਮੈਂ ਸ਼ਾਮਲ ਹੋਊਂਗਾ ਜੀ। ਔਰ ਉਹ ਆਪਣਾ ਮਹੂਰਤ ਕਢਾ ਕੇ ਜਿਹੜਾ ਦੀ ਉਹ ਚਲੇ ਗਏ। ਜੇ ਕਾਂਗਰਸ ਦੇ ਇਹੀ ਹਾਲਾਤ ਜਿਹੜੇ ਜੀ ਉਹ ਬਣੇ ਰਹੇ, ਪਿਛਲੇ ਦਿਨਾਂ ਦੇ ਵਿੱਚ ਇਹਨੇ ਚਿੰਤਨ ਮੰਥਨ ਕੀਤਾ ਸੀ। ਬਿਲਕੁਲ ਕਹਿੰਦੇ ਜੀ ਸਪੈਸ਼ਲ ਟਾਸਕ ਫੋਰਸ ਬਣਾਤੀ 24 ਦੀਆਂ ਚੋਣਾਂ ਜਿੱਤਣ ਲਈ। ਜੀ, ਸਵਾਲ ਵੱਡਾ ਇਹ ਖੜਾ ਹੋ ਰਿਹਾ ਕਿ ਚੋਣਾਂ ਜਿੱਤਣੀਆਂ ਕਿਹਨਾਂ ਨੇ ਆ? ਕੈਂਡੀਡੇਟ ਤੋਂ ਬਿਨਾਂ ਜਿੱਤਣੀਆਂ ਨੇ ਜਾਂ ਉਂਝ ਹੀ ਜਿੱਤ ਲੈਣੀਆਂ ਨੇ? ਜਾਂ ਫਿਰ ਕਾਂਗਰਸ ਹਾਈ ਕਮਾਂਡ ਇਹ ਸਮਝਦੀ ਆ ਕਿ ਉਹਨਾਂ ਨੂੰ ਕੌਨਫੀਡੈਂਸ ਦਾ ਲੈਵਲ ਹੀ ਉਹਨਾਂ ਦਾ ਇੱਥੇ ਚਲੇ ਗਿਆ ਵੀ ਅਸੀਂ ਜਿਹਨੂੰ ਟਿਕਟ ਦੇ ਦਿਆਂਗੇ ਉਹ ਚੋਣ ਜਿੱਤ ਜੂਗਾ। ਜੇ ਤੁਸੀਂ ਰਾਜ ਸਭਾ ਦੇ ਵਿੱਚ ਦੇਖਿਆ ਹੋਵੇ ਨਾ ਜੀ, ਜਿਹੜੇ ਮਾਕਨ ਨੇ, ਅਜੇ ਮਾਕਨ ਦਿੱਲੀ ਤੋਂ ਨੇ, ਉਹਨਾਂ ਨੂੰ ਲਿਆ ਕੇ ਹਰਿਆਣੇ ਦੇ ਵਿੱਚੋਂ ਰਾਜ ਸਭਾ ਲੜਾਈ ਜਾ ਰਹੀ ਹੈ ਜੀ। ਰਾਜ ਸਭਾ ਦੇ ਵਿੱਚੋਂ ਸੂਰਜੇਵਾਲਾ ਨੇ, ਉਹਨਾਂ ਨੂੰ ਲਿਜਾ ਕੇ ਰਾਜਸਥਾਨ ਤੋਂ ਚੋਣ ਲੜਾਈ ਜਾ ਰਹੀ ਹੈ ਜੀ। ਇਹ ਪਤਾ ਨਹੀਂ ਅਜੀਬੋ ਗਰੀਬ ਜਿਹਾ ਵਰਤਾਰਾ ਜਿਹੜਾ ਉਹ ਕਿਸ ਕਿਸਮ ਦਾ ਕਾਂਗਰਸ ਕਰ ਰਹੀ ਹੈ। ਕਿਵੇਂ ਉਹ
ਸੋਚਦੀ ਆ ਕਿ ਉਹ ਸਰਵਾਈਵ ਕਰ ਲੂਗੀ ਤੇ 24 ਦੀਆਂ ਚੋਣਾਂ ਉਹ ਜਿੱਤ ਲੂਗੀ ਜੀ ਨੋ ਡਾਊਟ ਲੋਕਾਂ ਦੇ ਮਨਾਂ ਦੇ ਅੰਦਰ ਐਂਟੀ ਇਨਕੰਬੈਂਸੀ ਦਾ ਵੱਡਾ ਜ਼ਿਕਰ ਹੋਣਾ ਸ਼ੁਰੂ ਹੋ ਗਿਆ ਜੀ ਪਰ ਐਂਟੀ ਇਨਕੰਬੈਂਸੀ ਤਾਂ ਬੋਲਦੀ ਹੈ ਨਾ ਜੇ ਅੱਗੋਂ ਵਿਰੋਧੀ ਧਿਰਾਂ ਖੜੀਆਂ ਹੋਣ। ਬਿਲਕੁਲ ਵਿਰੋਧੀ ਧਿਰਾਂ ਦੇ ਰੂਪ ਦੇ ਵਿੱਚ ਖੇਤਰੀ ਪਾਰਟੀਆਂ ਦੀ ਜਿਹੜੀ ਭੂਮਿਕਾ ਹੈ ਉਹ ਤਾਂ ਕਿਤੇ ਨਾ ਕਿਤੇ ਹੁਣ ਨਜ਼ਰ ਆਉਣੀ ਸ਼ੁਰੂ ਹੋ ਗਈ ਆ ਕਿ ਉਹ ਇੱਕ ਤਕੜੀ ਉਹਨਾਂ ਦੀ ਭੂਮਿਕਾ ਹੋਊਗੀ, ਉਹਨਾਂ ਦੀ ਭੂਮਿਕਾ ਰਹੂਗੀ। ਜੀ ਪਰ ਕਾਂਗਰਸ ਜਿਹੜੀ ਮੁੱਖ ਵਿਰੋਧੀ ਪਾਰਟੀ ਆ ਉਹਦਾ ਕੀ ਬਣੂਗਾ? ਜੀ ਇਹ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ। ਜਿਹੜੀ ਕਾਂਗਰਸ ਹਾਈ ਕਮਾਂਡ ਹੈ ਉਹਨੇ ਨਾ ਉਹਦੇ ਕੋਲੇ ਕੋਈ ਹਾਈ ਆ ਨਾ ਉਹਦੇ ਕੋਲੇ ਕੋਈ ਕਮਾਂਡ ਹੈ। ਇਸ ਵੇਲੇ ਹਾਲਾਤ ਜਿਹੜੇ ਇਸ ਤਰ੍ਹਾਂ ਦੇ ਕੁਝ ਬਣੇ ਹੋਏ ਨੇ। ਬਿਲਕੁਲ ਸੋਨੀਆ ਗਾਂਧੀ ਹੋਰਾਂ ਦੀ ਜਿੱਦ ਹੈ ਕਿ ਮੈਂ ਰਾਹੁਲ ਗਾਂਧੀ ਹੋਰਾਂ ਨੂੰ ਪ੍ਰਧਾਨ ਮੰਤਰੀ ਬਣਾਉਣਾ ਹੀ ਬਣਾਉਣਾ। ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿੱਦ ਸੀ ਕਿ ਮੈਂ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਾ ਹੀ ਬਣਾਉਣਾ। ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਂਦਿਆਂ ਅਕਾਲੀ ਦਲ 3 ਸੀਟਾਂ ਦੇ ਉੱਤੇ ਸਿਮਟ ਗਿਆ, ਇੱਕ ਮਾਝੇ ਚੋਂ, ਇੱਕ ਦੁਆਬੇ ਚੋਂ, ਇੱਕ ਮਾਲਵੇ ਚੋਂ। ਜੀ ਪੰਨੂ ਸਾਹਿਬ, ਗੱਲ ਜਦੋਂ ਅਸੀਂ ਕਾਂਗਰਸ ਦੀ ਕਰਦੇ ਸੀ, ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਹਰਿਆਣੇ ਵਾਲੇ ਜਿਹੜੇ ਵਿਧਾਨਕਾਰ ਨੇ ਉਹਨਾਂ ਨੂੰ ਰਾਜਸਥਾਨ ਲੈ ਕੇ ਜਾ ਰਿਹਾ। ਤੁਸੀਂ ਦੱਸਿਆ ਕਿ ਗਰਮੀ ਬੜੀ ਆ ਤੇ ਉਹਨਾਂ ਨੂੰ ਚਾਹੀਦਾ ਔਰਬਿਟ ਵਾਲੀਆਂ ਬੱਸਾਂ ਲੈ ਜਾਣ, ਉਹਨਾਂ 'ਚ ਵੀ ਏਸੀ ਊਸੀ ਕਹਿੰਦੇ ਵਾਹਵਾ ਵਧੀਆ ਲੱਗੇ ਹੁੰਦੇ ਨੇ। ਪਰ ਜੇਕਰ ਅਸੀਂ ਇੱਕ ਸੀਰੀਅਸ ਨੋਟ 'ਤੇ ਜੇ ਮੈਂ ਕਾਂਗਰਸ ਦੀ ਗੱਲ ਕਰਾਂ ਤਾਂ ਪ੍ਰਸ਼ਾਂਤ ਕਿਸ਼ੋਰ ਨਾਲ ਲੰਬੇ ਸਮੇਂ ਤੋਂ ਲੁਕਣ ਮੀਟੀ ਚੱਲ ਰਹੀ ਆ। ਉਹ ਵੀ ਚਾਹੁੰਦੇ ਨੇ ਕਿ ਉਹਨਾਂ ਨੂੰ ਇੱਕ ਚੰਗਾ ਪਲੇਟਫਾਰਮ ਮਿਲੇ। ਜੇ ਉਹਨਾਂ ਦੇ 2-4 ਮਹੀਨੇ ਦੀ ਮੈਂ ਗੱਲ ਕਰਾਂ ਤੇ ਉਹਨਾਂ ਨੇ ਇਹ ਗੱਲ ਸਾਫ਼ ਤੌਰ ਤੇ ਕਹੀ ਕਿ ਜੇ ਮੋਦੀ ਵਾਲੀ ਭਾਜਪਾ ਦੇ ਖਿਲਾਫ ਕੋਈ ਇਕੱਠ ਕਰਨਾ ਹੈ ਤੇ ਉਹਦੇ ਵਿੱਚ ਮੋਦੀ ਤੁਸੀਂ ਚਾਹੇ ਮਮਤਾ ਬੈਨਰਜੀ ਨੂੰ ਚੁਣ ਲਓ, ਚਾਹੇ ਪੰਜਾਬ ਤੇ ਦਿੱਲੀ ਵਾਲੇ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਜੋੜ ਲਓ, ਚਾਹੇ ਤਾਮਿਲਨਾਡੂ ਤੋਂ ਸਟਾਲਿਨ ਨੂੰ ਲੈ ਆਓ, ਚਾਹੇ ਪਿਨਾਰਾਈ ਵਿਜਨ ਨੂੰ ਕੇਰਲਾ ਤੋਂ ਜੋੜ ਲਓ ਤੇ ਚਾਹੇ ਸ਼ਰਦ ਪਵਾਰ ਨੂੰ ਮਹਾਰਾਸ਼ਟਰ ਤੋਂ ਜੋੜ ਲਓ, ਪਰ ਧਾਗਾ ਜਿਹੜਾ ਕਾਂਗਰਸ ਵਾਲਾ ਚਾਹੀਦਾ ਕਿਉਂਕਿ ਇਹਨਾਂ ਕੋਲ ਇੱਕ ਚੰਗਾ ਸੈਟਅਪ ਹੈ। ਪਰ ਉਹ ਪ੍ਰਸ਼ਾਂਤ ਕਿਸ਼ੋਰ ਵਾਲੀਆਂ ਗੱਲਾਂ ਕਾਂਗਰਸ ਦੀ ਹਾਈ ਕਮਾਂਡ ਕਿਉਂ ਨਹੀਂ ਸਮਝ ਰਹੀ? ਕਿ ਉਹ ਆਪਾ ਵਿਰੋਧੀ ਹੋਏ ਪਏ ਨੇ ਜਾਂ ਉਹ ਸੈਲਫ ਗੋਲ ਜਿਹਨੂੰ ਫੁੱਟਬਾਲ 'ਚ ਕਹਿੰਦੇ ਆ ਉਹ ਕਰਨ ਦੀ ਗੱਲ ਹੈ? ਮੈਂ ਬੀਤੇ ਦਿਨੀ ਨੈਸ਼ਨਲ ਹੈਰਲਡ ਵਾਲੇ ਕੇਸ ਨੂੰ ਵੀ ਪੜ੍ਹਿਆ ਪੰਨੂ ਸਾਹਿਬ, ਮੈਨੂੰ ਉਹਦੇ ਵਿੱਚ ਵੀ ਕੋਈ ਬਹੁਤ ਵੱਡੀ ਕਹਾਣੀ ਨਹੀਂ ਲੱਗੀ। ਉਹ ਸਿਰਫ ਟੌਪ ਲੀਡਰਸ਼ਿਪ ਜਿਹੜੀ ਕਾਂਗਰਸ ਦੀ ਆ ਉਹਨੂੰ ਖੱਜਲ ਖੁਆਰ ਕਰਨ ਲਈ ਹੀ ਈਡੀ ਦੀ ਜਿਹੜੀ ਆ ਵਰਤੋਂ ਕਰਨ ਦੀ ਉਹਦੇ 'ਚ ਨਜ਼ਰ ਆਉਂਦੀ ਆ। ਕਿਉਂ ਇਹ ਸਰਕਾਰੀ ਲੋਕ, ਕਿਉਂ ਇਹ ਸਿਆਸੀ ਲੋਕ ਆਪਣੇ ਚੰਮ ਨੂੰ ਬਚਾਉਣ ਲਈ ਫਿਰ ਪਾਰਟੀਆਂ ਤੋਂ ਵੀ ਮੁਨਕਰ ਹੋ ਜਾਂਦੇ ਨੇ ਤੇ ਫਿਰ ਇਹ ਇੱਦਾਂ ਹੀ ਕਿਹਾ ਜਾਵੇਗਾ ਕਿ 100 ਸਾਲ ਪੁਰਾਣੀ ਜਾਂ 125 ਸਾਲ ਪੁਰਾਣੀ ਜਿਹੜੀ ਪਾਰਟੀ ਆ ਉਦੋਂ ਤੋਂ ਭਾਰਤ ਮੁਕਤ ਹੋ ਗਿਆ। ਜੇਕਰ ਇਹ ਪਾਰਟੀ ਆਪਣੇ ਆਪ ਨੂੰ, ਆਪਣੀ ਅਕਸ ਨੂੰ ਨਹੀਂ ਸੁਧਾਰਦੀ ਤੇ ਮੈਂ ਗੱਲ ਪ੍ਰਸ਼ਾਂਤ ਕਿਸ਼ੋਰ ਦੀ ਨਾ ਵੀ ਕਰਾਂ ਤੇ ਆਪਣੇ ਜਥੇਬੰਦਕ ਜਾਂ ਗਠਬੰਧਨ ਜਿਹੜਾ ਢਾਂਚਾ ਆ ਉਹਦੇ ਵਿੱਚ ਵੱਡਾ ਸੁਧਾਰ ਨਹੀਂ ਕਰਦੀ। ਜੇ ਤੁਹਾਡਾ ਕੋਈ ਹੈ ਇੱਕ ਅੱਧਾ ਕਮੈਂਟ ਤੇ ਦਿਓ ਜੀ। ਨਹੀਂ ਦੇਖੋ, ਸੋਚਣਾ ਤਾਂ ਕਾਡਰ ਤਾਂ ਉਹਦੇ ਕੋਲੇ ਹੈਗਾ ਹੁਣ, ਪਰ ਕਾਡਰ ਕੀ ਕਰੂਗਾ ਜੀ ਜਦੋਂ ਉੱਤੇ ਹੀ ਕੁਝ ਨਹੀਂ ਜਿਹੜਾ ਹੈਗਾ, ਜਿਹੜੀ ਹਾਈ ਕਮਾਂਡ ਆ ਉਹ ਚਾਹੁੰਦੀ ਹੀ ਨਹੀਂ ਬਿਲਕੁਲ ਕਿ ਉਹ ਅੱਗੇ ਵਧੇ ਜਾਂ ਉਹ ਚੋਣਾਂ ਜਿੱਤੇ। ਜਿੰਨੀ ਦੇਰ ਤੱਕ ਇਹ ਗਾਂਧੀ ਚੋਂ ਨਹੀਂ ਨਿਕਲਦੇ, ਗਾਂਧੀ ਪਰਿਵਾਰ ਚੋਂ ਨਹੀਂ ਨਿਕਲਦੇ, ਉਨੀ ਦੇਰ ਤੱਕ ਕੁਝ ਬਹੁਤਾ ਹੋਣਾ ਨਹੀਂ ਗਾ। ਇਹ ਕਿਹਾ ਜਾਂਦਾ ਹੈ ਕਿ ਪੀਕੇ ਨੂੰ ਲਿਆਉਣ ਦੇ ਵਾਸਤੇ ਅੱਧੀ ਕੁ ਕਾਂਗਰਸ ਰਾਜੀ ਸੀ ਪਰ ਅੱਧੀ ਕੁ ਕਾਂਗਰਸ ਵਿਰੋਧੀ ਵੀ ਸੀ, ਨਹੀਂ ਉਹਨੂੰ ਨਹੀਂ ਚਾਹੀਦਾ, ਬਾਕੀ ਸਭ ਕੁਝ ਠੀਕ ਹੈ। ਜੀ ਬਿਲਕੁਲ ਠੀਕ ਹੈ ਜੀ। ਇਹ ਸੀ ਅੱਜ ਦਾ ਪ੍ਰੋਗਰਾਮ ਤੇ ਪੰਨੂ ਸਾਹਿਬ ਗੱਲ ਤੁਹਾਡੀ ਠੀਕ ਹੈ, ਗਾਂਧੀ ਪਰਿਵਾਰ ਨੂੰ ਗਾਂਧੀ ਚੋਂ ਨਿਕਲਣਾ ਪਵੇਗਾ। ਇਹਦੇ ਇੱਕ ਦੂਸਰੇ ਅਰਥ ਵੀ ਨੇ, ਦਰਸ਼ਕ ਹੁਣ ਆਪ ਹੀ ਸਮਝ ਲੈਣਗੇ। ਅਸੀਂ ਅੱਜ ਵਿਰਾਮ ਦਿੰਦੇ ਹਾਂ ਇਸ ਪ੍ਰੋਗਰਾਮ ਨੂੰ। ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਬਹੁਤ ਮਿਹਰਬਾਨੀ ਜੀ, ਥੈਂਕ ਯੂ।